ਵਾਹਿਗੁਰੂ ਸਾਹਿਬ ਜੀਓ। ਦੁਆਇਆ ਛੰਦ ਅਦਭੁਤ ਦੇਖਤ ਹੀ ਵਿਸਮਾਦਿਆ। ਕਹਿਓ ਮੋਲ ਇਹ ਜੋ ਇਸਕੇ ਸਮ ਕੋ ਔਰ ਨ ਪੇਖਿਓ। ਲਿਓ ਮੋਲ ਕਹਿ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸਰਵਣ ਕਰ ਰਹੇ ਹਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੰਗਲਾਂ ਦੇ ਵਿੱਚ ਜਾ ਬੈਠੇ ਹਨ ਅਤੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਵਾਸਤੇ ਭੇਜਿਆ ਹੈ। ਸੋ ਜਿੱਥੇ ਰਬਾਬ ਲੈਣ ਭੇਜਿਆ, ਜਿਸ ਪਿੰਡ ਵਿੱਚ ਉੱਥੋਂ ਰਬਾਬ ਦੀ ਪ੍ਰਾਪਤੀ ਨਹੀਂ ਹੋਈ, ਉਸ ਵਕਤ ਭਾਈ ਮਰਦਾਨਾ ਜੀ ਨੇ ਆ ਕੇ ਬੇਨਤੀ ਕੀਤੀ ਕਿ ਲੋਕ ਆਪ ਜੀ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੰਸਾਰ ਦੀ ਆਦਤ ਹੀ ਐਸੀ ਹੁੰਦੀ ਹੈ, ਦੁਸ਼ਟ ਗਵਾਰ ਲੋਕ ਹਨ। ਸੋ ਜਿਸ ਪਾਸੇ ਹੁਣ ਅਸੀਂ ਦੱਸਾਂਗੇ ਉਸ ਪਾਸੇ ਜਾਣਾ ਅਤੇ ਰਬਾਬ ਲੈ ਕੇ ਆਉਣੀ। ਜਦੋਂ ਭਾਈ ਮਰਦਾਨਾ ਜੀ ਦੱਸੇ ਹੋਏ ਦੇ ਮੁਤਾਬਕ ਗਏ ਹਨ, ਰਬਾਬ ਲੈ ਕੇ ਲੈਣ ਵਾਸਤੇ ਪਹੁੰਚੇ ਨੇ। ਜਿਸ ਥਾਂ ਦੱਸਿਆ ਸੀ ਉੱਥੇ ਪਹੁੰਚ ਕੇ ਬਹੁਤ ਅੱਕ ਥੱਕ ਕੇ ਬੈਠੇ ਨੇ। ਇੱਕ ਮਨੁੱਖ ਨੇ ਆ ਕੇ ਕਿਹਾ, ਭਾਈ ਕਿੱਥੋਂ ਆਏ ਹੋ, ਕਿਸ ਕੰਮ ਆਏ ਹੋ, ਕਿਹਨੇ ਭੇਜਿਆ? ਭਾਈ ਮਰਦਾਨਾ ਜੀ ਨੇ ਬਚਨ ਕੀਤਾ ਹੈ, ਮੈਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਭੇਜਿਆ। ਮੈਂ ਇੱਥੇ ਇੱਕ ਫਿਰਿੰਦਾ ਨਾਮੇ ਕਰਕੇ ਬੰਦਾ ਹੈ, ਉਸ ਤੋਂ ਰਬਾਬ ਲੈਣ ਆਇਆ ਹਾਂ। ਉਹ ਬੰਦਾ ਕਹਿਣ ਲੱਗਿਆ, ਮੇਰਾ ਨਾਮ ਹੀ ਫਿਰਿੰਦਾ ਹੈ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਮਹਾਰਾਜ ਕੋਲੋਂ ਆਏ ਹੋ। ਉਸ ਵਕਤ ਖੜੇ ਖੜੇ ਨੇ ਹੱਥ ਵਿੱਚੋਂ ਰਬਾਬ ਪ੍ਰਗਟ ਕੀਤੀ ਅਤੇ ਬਚਨ ਕੀਤਾ ਕਿ ਇਹ ਰਬਾਬ ਸਿਰਫ ਮੈਂ ਮਹਾਰਾਜ ਵਾਸਤੇ ਹੀ ਰੱਖੀ ਹੋਈ ਹੈ, ਉਹਨਾਂ ਦੇ ਸਾਹਮਣੇ ਹੀ ਵਜਾਉਣੀ ਹੈ। ਤੁਸੀਂ ਕਦੇ ਹੋਰ ਕਿਸੇ ਸਾਹਮਣੇ ਰਬਾਬ ਨਹੀਂ ਵਜਾਉਣੀ, ਕਿਉਂਕਿ ਇਹ ਅਗੰਮੀ ਰਬਾਬ ਹੈ, ਆਪਣੇ ਆਪ ਹੀ ਸੁਰ ਹੋ ਜਾਂਦੀ, ਆਪਣੇ ਆਪ ਹੀ ਆਵਾਜ਼ ਨਿਕਲਦੀ। ਸੋ ਇਸ ਤਰ੍ਹਾਂ ਭਾਈ ਮਰਦਾਨੇ ਨੇ ਪੁੱਛਿਆ ਕਿ ਇਹਦਾ ਮੁੱਲ ਕੀ ਹੈ? ਕਹਿਣ ਲੱਗੇ, ਇਹਦਾ ਮੁੱਲ ਕੋਈ ਨਹੀਂ ਦੇ ਸਕਦਾ ਇਸ ਦੁਨੀਆ ਵਿੱਚ, ਸਿਰਫ ਇਹ ਭੇਟਾ ਹੈ ਮੇਰੇ ਵੱਲੋਂ ਗੁਰੂ ਨਾਨਕ ਸਾਹਿਬ ਜੀ ਨੂੰ, ਔਰ ਮੈਂ ਵੀ ਤੁਹਾਡੇ ਨਾਲ ਚੱਲ ਕੇ ਗੁਰਾਂ ਦੇ ਦਰਸ਼ਨ ਕਰਾਂਗਾ, ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਾਂਗਾ। ਇਸ ਤਰ੍ਹਾਂ ਕਹਿ ਕੇ ਸੋ ਦੋਨੋਂ ਜਾਣੇ ਹੁਣ ਚੱਲਣ ਲਈ ਤਿਆਰ ਹਨ। ਮਹਾਰਾਜ ਵੱਲ ਕਿਵੇਂ ਚੱਲੇ, ਕਿਵੇਂ ਦਰਸ਼ਨ ਕੀਤੇ ਹਨ, ਸਰਵਣ ਕਰਦੇ ਹਾਂ ਪ੍ਰਸੰਗ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੁਗਲ ਚਲੇ ਉਰ ਹਰਖ ਵਿਸਾਲਾ, ਪਹੁੰਚੇ ਜਹਾਂ ਕਿਰਪਾਲਾ। ਜੁਗਲ ਤੋਂ ਭਾਵ ਹੁੰਦਾ ਦੋਨੋਂ ਜਾਣੇ ਚੱਲੇ ਹਨ ਮਨ ਦੇ ਅੰਦਰ ਬਹੁਤ ਖੁਸ਼ ਹੋ ਕੇ। ਉੱਥੇ ਪਹੁੰਚੇ ਨੇ ਜਿੱਥੇ ਕਿਰਪਾਲੂ ਦਿਆਲੂ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਦੇ ਬਾਹਰ ਜੰਗਲ ਦੇ ਵਿੱਚ ਸਜੇ ਹੋਏ ਹਨ। ਪਦ ਅਰਵਿੰਦ ਆਨੰਦ ਕੰਦ ਕੇ ਪਰਸੇ, ਧਰ ਕਰ ਭਾਲਾ। ਸੋ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ, ਜੋ ਆਨੰਦ ਦੇ ਦਾਤੇ ਹਨ, ਮੱਥਾ ਟੇਕਿਆ, ਚਰਨ ਸਪਰਸ਼ ਕੀਤੇ ਹਨ। ਧਰ ਕਰ ਭਾਲਾ, ਭਾਲੇ ਕਹਿੰਦੇ ਭਾਲ ਹੁੰਦਾ ਮੱਥਾ, ਆਪਣਾ ਮੱਥਾ ਰੱਖ ਕੇ ਗੁਰਾਂ ਦੇ ਚਰਨਾਂ 'ਤੇ ਬੜੇ ਪਿਆਰ ਸਤਿਕਾਰ ਨਾਲ ਮੱਥਾ ਟੇਕਿਆ। ਨੌਵੇਂ ਦਿਨ ਆਇਓ ਮਰਦਾਨਾ, ਧਰਿਓ ਰਬਾਬ ਅਗਾਰੀ। ਸੋ ਘੱਟੋ ਘੱਟ ਭਾਈ ਮਰਦਾਨਾ ਜੀ ਨੂੰ ਉੱਥੇ ਜਾਣ ਤੇ ਆਉਣ ਵਿੱਚ 9 ਦਿਨ ਲੱਗੇ ਨੇ। 9ਵੇਂ ਦਿਨ ਭਾਈ ਮਰਦਾਨਾ ਜੀ ਆਏ ਨੇ ਅਤੇ ਰਬਾਬ ਲਿਆ ਕੇ ਅੱਗੇ ਰੱਖੀ। ਕਮਲ ਬਦਨ ਤੇ ਬਚਮ ਕਰੰਦਾ, ਬੋਲੇ ਸ੍ਰੀ ਦਮ ਭਾਰੇ। ਦੰਭ ਦੇ ਵੈਰੀ ਪਖੰਡ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ
ਕਮਲ ਬਦਨ ਤੋਂ ਇਸ ਤਰ੍ਹਾਂ ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਜੋ ਮਕਰੰਦਾ ਜਿਵੇਂ ਫੁੱਲ ਦੇ ਵਿੱਚ ਧੂੜਾ ਹੁੰਦਾ, ਬਹੁਤ ਰਸਮਈ, ਇਸ ਤਰ੍ਹਾਂ ਮਿਠਾਸ ਭਰੇ ਬਚਨ ਬੋਲੇ। ਬਹੁਤੀ ਬਿਲਮ ਲਗਾਈ ਤਹਿਵਾ ਭਈ ਬਾਤ ਕਉ ਤੈਸੇ। ਮਹਾਰਾਜ ਕਹਿਣ ਲੱਗੇ, ਭਾਈ ਬਾਲਾ, ਭਾਈ ਮਰਦਾਨਾ, ਇਹ ਬਹੁਤ ਦੇਰ ਉੱਥੇ ਲੱਗ ਗਈ ਹੈ, ਇੰਨੇ ਦਿਨ ਲਗਾ ਦਿੱਤੇ ਨੇ, ਕੀ ਕਾਰਨ ਹੈ? ਪ੍ਰਭ ਜੀ ਭੇਵ ਨ ਜਾਣਿਓ ਜਾਏ, ਕਹਿਓ ਬਚਨ ਮੈਂ ਕੈਸੇ। ਮਹਾਰਾਜ ਸੱਚੇ ਪਾਤਸ਼ਾਹ, ਭੇਦ ਨਹੀਂ ਜਾਣਿਆ ਜਾਂਦਾ ਤੁਹਾਡਾ, ਨਾ ਹੀ ਤੁਹਾਡੀ ਕਲਾ ਦਾ। ਮੈਂ ਆਪ ਜੀ ਨੂੰ ਇਹ ਬਚਨ ਕਿਵੇਂ ਦੱਸਾਂ? ਆਪ ਖੁਦਾਏ ਧਰਤ ਅਵਤਰਿਓ, ਅਚਰਜ ਹੇਰਤ ਚਰਿਤਾ। ਕਿਉਂਕਿ ਆਪ ਤਾਂ ਖੁਦਾ ਨੇ, ਤੁਸੀਂ ਖੁਦ ਹੀ ਅਵਤਾਰ ਧਾਰਿਆ, ਔਰ ਤੁਹਾਡੇ ਅਚਰਜ ਜਿਹੜੇ ਕੌਤਕ ਨੇ ਉਹ ਮੈਂ ਦੇਖ ਰਿਹਾ ਹਾਂ। ਗਇਓ ਗ੍ਰਾਮ ਮੈਂ ਤੁਮ ਜੋ ਬਤਾਇਓ, ਭਇਓ ਵਿਆਕੁਲ ਫਿਰਤਾ। ਜਿਸ ਪਿੰਡ ਵਿੱਚ ਤੁਸੀਂ ਕਿਹਾ ਸੀ ਕਿ ਉੱਥੇ ਰਬਾਬ ਮਿਲ ਜਾਵੇਗੀ, ਉੱਥੇ ਚਲਿਆ ਜਾ, ਮੈਂ ਉੱਥੇ ਖੋਜਦਾ ਜਦੋਂ ਬਹੁਤ ਵਿਆਕੁਲ ਹੋ ਗਿਆ, ਥੱਕ ਗਿਆ, ਅੱਕ ਗਿਆ, ਉੱਥੇ ਬੈਠ ਗਿਆ। ਜੁਗ ਬਾਸਰ ਮੈਂ ਗ੍ਰਾਮ ਖੋਜ ਕੈ, ਹਟ ਆਵਨ ਕੋ ਤਿਆਰੂ। ਮੈਂ ਤਾਂ ਸਿਰਫ 2 ਦਿਨ ਸਿਰਫ ਭਾਲ ਕੀਤੀ ਉਸ ਪਿੰਡ ਦੇ ਵਿੱਚ। ਮੈਂ ਆਉਣ ਲਈ ਤਿਆਰ ਹੋ ਗਿਆ ਸੀ ਕਿ ਮੈਂ ਵਾਪਸ ਚਲਿਆ ਜਾਵਾਂ। ਆਏ ਸੰਤ ਇਹ ਸੰਗ ਜੋ ਮੇਰੇ, ਦੀਨ ਰਬਾਬ ਹੈ ਚਾਰੂ। ਜਿਹੜੇ ਮੇਰੇ ਨਾਲ ਆਏ ਨੇ ਸੰਤ ਸਰੂਪ, ਇਹਨਾਂ ਨੇ ਮੈਨੂੰ ਇਹ ਰਬਾਬ ਸੁੰਦਰ ਦਿੱਤੀ। 3 ਦਿਵਸ ਮੈਂ ਪਹੁੰਚੋ ਜਾਏ, 3 ਦਿਵਸ ਤਹ ਬੀਤੇ। 3 ਦਿਨ ਦੇ ਵਿੱਚ ਮੈਂ ਉੱਥੇ ਜਾ ਕੇ ਪਹੁੰਚਿਆ, 3 ਦਿਨ ਉੱਥੇ ਬਤੀਤ ਹੋਏ। 3 ਦਿਵਸ ਮੈਂ ਮੁਰ ਕਰ ਆਇਓ, ਬਿਲਮ ਲਗੇ ਇਸ ਰੀਤੇ। 3 ਦਿਨਾਂ ਦੇ ਵਿੱਚ ਮੈਂ ਮੁੜ ਕੇ ਆ ਗਿਆ ਹਾਂ ਵਾਪਸ। ਬਸ ਇਸ ਤਰੀਕੇ ਨਾਲ ਦੇਰ ਲੱਗ ਗਈ। ਹਾਥ ਬੰਦ ਕਹਿ ਬਚਨ ਫਰਿੰਦਾ, ਆਨੰਦ ਕੰਧ ਸੁਨੀਜੈ। ਦੋਵੇਂ ਹੱਥ ਜੋੜ ਕੇ ਭਾਈ ਫਿਰੰਦਾ ਨੇ ਬਚਨ ਕੀਤਾ, ਆਨੰਦ ਦੇ ਮੁੱਢ ਰੂਪ ਹੈ ਗੁਰੂ ਨਾਨਕ ਦੇਵ ਜੀ, ਸੁਣੋ ਜੀ। ਉਤੋਂ ਪਹੁੰਚਾਵਨ ਇਹ ਰਬਾਬ ਬਾਰ ਕਿਰਪਾ ਸਿੰਧ, ਸੋ ਲੀਜੈ। ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜੀ ਸ੍ਰੇਸ਼ਟ ਰਬਾਬ ਹੈ, ਇਹ ਪਹੁੰਚਾਉਣ ਵਾਸਤੇ ਮੈਂ ਆਇਆ ਹਾਂ। ਆਪ ਜੀ ਕਿਰਪਾ ਕਰਕੇ ਪ੍ਰਵਾਨ ਕਰ ਲਓ ਜੀ। ਦਰਸ਼ਨ ਕੇ ਲਾਲਸ ਥੇ ਮੁਝ ਕੋ, ਹਰਖ ਸਰਸ ਦਰਸਾਇਓ। ਕਿਉਂਕਿ ਮੇਰੇ ਮਨ ਦੇ ਅੰਦਰ ਬਹੁਤ ਭਾਰੀ ਦਰਸ਼ਨਾਂ ਦੀ ਲਾਲਸਾ ਸੀ ਤੁਹਾਡੇ, ਇਸ ਕਰਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਕੇ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਜੀ। ਸਭ ਵਿਦ ਜਾਣਿਓ ਅੰਤਰ ਜਾਮੀ, ਇਹ ਵਿਦ ਕਹਿਤ ਸਿਧਾਇਓ। ਇਸ ਤਰ੍ਹਾਂ ਕਹਿੰਦਾ ਹੋਇਆ ਚਲਿਆ ਗਿਆ ਕਿ ਸਾਰੇ ਤਰੀਕੇ ਨਾਲ ਤੁਸੀਂ ਅੰਤਰਜਾਮੀ ਹੋ, ਤੁਸੀਂ ਸਭ ਜਾਣਦੇ ਹੋ ਜੀ। ਵਿਦਾ ਕਰਨਾ ਗਵਨਿਓ ਮਰਦਾਨਾ, ਭਇਓ ਅਦਰਸ਼ਨ ਸੋ। ਜਦੋਂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜਾਂ ਭਾਈ ਫਿਰੰਦਾ ਨੂੰ ਵਿਦਾ ਕਰਕੇ ਆ, ਜਦੋਂ ਭਾਈ ਮਰਦਾਨਾ ਜੀ ਛੱਡਣ ਗਏ, ਥੋੜੀ ਦੂਰ ਤੱਕ ਇੱਕ ਦੂਜੇ ਨੂੰ ਆਪਸ ਵਿੱਚ ਹੱਥ ਜੋੜ ਕੇ ਪਰਸਪਰ ਨਿਵੇਂ ਹਨ, ਇਹਨਾਂ ਕਹਿੰਦੇ ਸਾਰ ਉਹ ਜਿਹੜਾ ਫਿਰੰਦਾ ਨਾਮ ਦਾ ਬੰਦਾ ਆਇਆ ਸੀ, ਅਦ੍ਰਿਸ਼ ਹੋ ਗਿਆ, ਭਾਵ ਦਿਖਣ ਤੋਂ ਹੀ ਹਟ ਗਿਆ। ਕਿਤ ਕੋ ਗਇਓ ਨਾ ਜਾਣਿਓ, ਤਿਹ ਛਨ ਹੇਰਤ ਬਿਸਮੈ ਹੋ। ਕਿੱਧਰ ਨੂੰ ਚਲਿਆ ਗਿਆ ਇਹ ਜਾਣਿਆ ਨਹੀਂ ਗਿਆ, ਇੱਕ ਛਿੰਨ ਦੇ ਵਿੱਚ ਬਿਲਕੁਲ ਹੀ ਦੇਖਣੋਂ ਹੀ ਹਟ ਗਿਆ ਹੈ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ। ਹਿਰਦੇ ਵਿਚਾਰ ਕਰਤ ਭਾ ਬਹੁ ਵਿਦ, ਭਇਓ ਨਾ ਨੈਣ ਵਿਹੀਨਾ। ਭਾਈ ਮਰਦਾਨਾ ਮਨ ਦੇ ਅੰਦਰ ਵਿਚਾਰ ਕਰਨ ਲੱਗਿਆ, ਅੱਖਾਂ ਕਦੇ ਬੰਦ ਕਰਦਾ, ਕਦੇ ਖੋਲਦਾ, ਕਦੇ ਅੱਖਾਂ ਦੇ ਅੱਗੇ ਆਪਣੇ ਹੱਥ ਕਰ ਕਰਕੇ ਦੇਖਦਾ, ਬਾਕੀ ਬੰਦਾ ਗਾਇਬ ਹੋ ਗਿਆ ਜਾਂ ਮੇਰੀ ਅੱਖਾਂ ਦੀ ਜੋਤ ਚਲੀ ਗਈ। ਇਉਂ ਭਾਈ ਮਰਦਾਨਾ, ਜਿਹੜਾ ਬਲੇ ਬਹੁਤ ਹੀ ਸਿੱਧਾ ਸਾਦਾ ਜਿਹਾ ਬੰਦਾ ਸੀ, ਭੋਲੇ ਕਿਸਮ ਦਾ, ਹੈਰਾਨ ਹੁੰਦਾ ਕਿ ਮੇਰੀਆਂ ਅੱਖਾਂ ਠੀਕ ਹੈ, ਬੰਦਾ ਹੁਣ ਸਾਹਮਣੇ ਖੜਾ ਸੀ,
ਇਹ ਗਾਇਬ ਕਿਵੇਂ ਹੋ ਗਿਆ? ਮੁਰ ਡਿਗ ਤੇ ਦੁਰਸ਼ਰ ਛਾ ਕਰੇਗਾ, ਭੇਦ ਨ ਤਿਹ ਕੋ ਚੀਨਾ। ਸੋ ਇਸ ਕਰਕੇ ਆ ਹੁਣ ਮੇਰੇ ਪਾਸੋਂ ਛਿਪ ਕੇ ਜਿਵੇਂ ਕੋਈ ਬੰਦਾ ਛਾਲ ਜਿਹਾ ਕਰ ਜਾਂਦਾ, ਇਹ ਮੇਰੇ ਨਾਲ ਛਾਲ ਜਿਹਾ ਕੀ ਕਰ ਗਿਆ? ਆਇਓ ਜਬ ਬੁਝਿਓ ਸ੍ਰੀ ਨਾਨਕ, ਕਹਿ ਲਓ ਜਾਏ ਪੁਚਾਇਓ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਭਾਈ ਮਰਦਾਨਾ ਜੀ ਆਏ, ਜਦੋਂ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਨੇ, ਕਿਉਂ ਭਈ ਮਰਦਾਨਾ, ਉਹ ਬੰਦੇ ਨੂੰ ਤੂੰ ਕਿੱਥੇ ਕੁ ਤੱਕ ਛੱਡ ਕੇ ਆਇਆ ਹੈ? ਮੁਰ ਡਿਗ ਤੇ ਦੁਰ ਦਿਸਿਓ ਨਾਹੀ, ਹੇਰਤ ਅਚਰਜ ਆਇਓ। ਮਹਾਰਾਜ ਸੱਚੇ ਪਾਤਸ਼ਾਹ, ਉਹ ਪਤਾ ਨਹੀਂ ਲੱਗਿਆ ਮੈਨੂੰ, ਤਾਂ ਉਹ ਬੰਦਾ ਹੀ ਛੁਪ ਗਿਆ। ਅਚਰਜ ਜੀ ਗੱਲ ਹੈ, ਮੈਂ ਤਾਂ ਅੱਗੇ ਕਦੇ ਜ਼ਿੰਦਗੀ 'ਚ ਇਹੀ ਜੀ ਗੱਲ ਦੇਖੀ ਨਹੀਂ ਹੈ ਕਿ ਬੰਦਾ ਅੱਖਾਂ ਦੇ ਸਾਹਮਣੋਂ ਗਾਇਬ ਹੋ ਜੇ। ਕਹਿ ਕਰ ਵੈਸ ਗਇਓ ਮਰਦਾਨਾ, ਬੂਝਨ ਲਗਾ ਦਿਆਲਾ। ਇਸ ਤਰ੍ਹਾਂ ਕਹਿ ਕੇ ਬੈਠ ਗਏ ਭਾਈ ਮਰਦਾਨਾ ਜੀ, ਔਰ ਸਤਿਗੁਰਾਂ ਨੂੰ ਪੁੱਛਣ ਲੱਗੇ ਹਨ, ਹੁਤੋ ਕੌਣ ਇਹ ਮਾਨਵ ਸੁਆਮੀ, ਜਾਹੇ ਸੁਭਾਏ ਰਸਾਲਾ। ਮਹਾਰਾਜ ਇਹ ਬੰਦਾ ਦੇਖਣ ਨੂੰ ਬਹੁਤ ਅੱਛਾ ਸੰਤ ਮਹਾਤਮਾ ਲੱਗਦਾ ਸੀ, ਜਿਹਦਾ ਬੜਾ ਮਿੱਠਾ ਸੁਭਾਅ ਸੀ, ਦਿਆਲ ਵੀ ਸੀ, ਬੜਾ ਅੱਛਾ ਸੀ। ਕੌਣ ਹੋਇਆ? ਇਹ ਦੁਨੀਆ ਦਾ ਤਾਂ ਕੋਈ ਨਹੀਂ ਬੰਦਾ ਲੱਗਦਾ, ਇਹੋ ਜਿਹੇ ਲੋਕ ਤਾਂ ਕਿਤੇ ਮਿਲਦੇ ਹੀ ਨਹੀਂ ਹਨ। ਅਪਰ ਨਰਨ ਸੇ ਜਾਂਕੇ ਗਤ ਨ ਹੈ, ਰੁਚਰ ਰੂਪ ਦੁਤਵਾਨਾ। ਇਹ ਸੱਚੇ ਪਾਤਸ਼ਾਹ ਜਿਹੜਾ ਇਹ ਬੰਦਾ ਸੀ, ਹੋਰ ਬੰਦਿਆਂ ਵਾਂਗੂ ਨਹੀਂ ਸੀ। ਇਹਦੇ ਬੈਠਣਾ, ਉੱਠਣਾ, ਚੱਲਣਾ, ਬੋਲਣਾ ਇੱਕ ਵੱਖਰੀ ਕਿਸਮ ਦਾ ਸੀ। ਬੜੀ ਚਿਹਰੇ ਦੀ ਬੜੀ ਕ੍ਰਾਂਤੀ ਸੀ, ਉਹਦੀ ਲਾਲ ਚਿਹਰਾ, ਬੜਾ ਗੁਰਮੁਖ ਪਿਆਰਾ ਸੀ। ਬਹੁਰ ਰਬਾਬ ਉਪਾਇਨ ਦੀਨਾ, ਸੁਭ ਅਲੋਕਕ ਆਨਾ। ਫੇਰ ਦੇਖੋ ਬੜੀ ਸੋਹਣੀ ਰਬਾਬ ਹੈ, ਕਿੰਨੀ ਮਹਿੰਗੀ ਹੋਣੀ ਹੈ। ਇਹ ਭੇਟਾ ਦੇ ਕੇ ਗਿਆ ਆਪ ਜੀ ਨੂੰ, ਸੋਹਣਾ ਤੇ ਅਚਰਜ, ਇਹ ਪਤਾ ਨਹੀਂ ਕਿੱਥੋਂ ਆਇਆ ਹੈ। ਦੀਨਾ ਨਾਥ ਕਥੋ ਜਹ ਗਾਥਾ, ਭਇਓ ਜੇ ਅੰਤਰ ਧਿਆਨਾ। ਮਹਾਰਾਜ ਜੀ ਇਹ ਮੈਨੂੰ ਗਾਥਾ ਤੁਸੀਂ ਆਪ ਦੱਸੋ, ਗੱਲ ਕੀ ਹੈ? ਕਿਉਂਕਿ ਜਿਹੜਾ ਅੰਤਰ ਧਿਆਨ ਹੋ ਗਿਆ, ਦਿਖਣੋਂ ਹਟ ਗਿਆ, ਕਿਉਂਕਿ ਉਹ ਜ਼ਮਾਨਾ ਐਸਾ ਸੀ, ਇਹੋ ਜਿਹੇ ਕੌਤਕ ਕਿਸੇ ਨੇ ਹੁਣ ਕਦੇ ਦੇਖੇ ਹੀ ਨਹੀਂ ਸੀ। ਜਿਵੇਂ ਅੱਜ ਦੇ ਯੁੱਗ 'ਚ ਕੋਈ ਇਹੋ ਜਿਹਾ ਆ ਜਾਏ, ਆਪਾਂ ਕਿਹੜਾ ਯਕੀਨ ਕਰਾਂਗੇ ਵੀ ਇਹ ਵੀ ਹੋ ਸਕਦਾ ਹੈ? ਜਿਵੇਂ ਹੁਣ ਲੋਕ 95% ਤਾਂ ਇਹ ਗੱਲ ਮੰਨ ਕੇ ਹੀ ਰਾਜੀ ਨਹੀਂ ਹੋਣਗੇ, 98 ਹੀ ਹੋ ਗਏ ਹੋਣੇ ਹੁਣ ਤਾਂ, ਉਹ ਨਹੀਂ ਮੰਨਦੇ ਹਨ। ਜਿਹੜੇ ਬਹੁਤ ਅੱਗੇ ਜਾ ਚੁੱਕੇ ਨੇ ਪੜ੍ਹਾਈਆਂ ਕਰ ਕਰਕੇ, ਕਿਉਂਕਿ ਉਹ ਸਾਇੰਸ ਨੂੰ ਹੀ ਵੱਡਾ ਮੰਨਦੇ ਨੇ, ਪਰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ ਹਨ। ਸਖਤਵਾਨ ਪਿਖ ਬਿਸਮੈ ਮੁਝ ਮਨ, ਸੁਨ ਸ੍ਰੀ ਗੁਰੂ ਬਖਾਨਾ। ਸ਼ਕਤਮਾਨ ਦੇਖ ਕੇ ਉਸ ਵਕਤ ਮੇਰੇ ਮਨ ਦੇ ਅੰਦਰ ਇਸ ਤਰ੍ਹਾਂ ਹੀ ਆਈ ਹੈ, ਸੁਣ ਕੇ ਸਤਿਗੁਰੂ ਮਹਾਰਾਜ ਨੇ ਕਿਹਾ, ਹੁਤੋ ਸੰਤ ਗੰਧਰਵ ਵਨ ਮਾਹੀ, ਜੇ ਹਰ ਕੀਰਤ ਪਿਆਰੇ। ਹਾਂ ਵੀ ਮਰਦਾਨਿਆਂ, ਤੇਰਾ ਅੰਦਾਜ਼ਾ ਸਹੀ ਹੈ। ਇਹ ਜਿਹੜੇ ਦੇਵਤਿਆਂ ਦੇ ਰਾਗੀ ਹੁੰਦੇ ਨੇ ਨਾ, ਉਹਨਾਂ ਦੇ ਵਿੱਚੋਂ ਆਇਆ। ਇਸ ਕਰਕੇ ਇਹ ਸੰਤ ਮਹਾਤਮਾ ਹੀ ਜਾਣ, ਇਹਨੂੰ ਨਾ ਰੱਬ ਦੀ ਕੀਰਤੀ ਕਰਨੀ ਬੜੀ ਚੰਗੀ ਲੱਗਦੀ ਹੈ। ਨਿਸਦਨ ਰਹਿਤ ਪ੍ਰੇਮ ਰੰਗ ਰਾਤਾ, ਇਹ ਰਬਾਬ ਕਰ ਧਾਰੇ। ਇਹ ਰਬਾਬ ਇਹਨੇ ਹੱਥ ਵਿੱਚ ਧਾਰਨ ਕੀਤੀ ਹੋਈ ਬੜੇ ਸਮੇਂ ਤੋਂ। ਇਹ ਰਾਤ ਦਿਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ। ਜਰੰ ਕਾਲ ਕੇ ਚਾਹੇ ਹੋਤੇ, ਮਨ ਬਾਦਤ ਦੇਨ ਰਸਾਲਾ। ਇਹਦੀ ਵੀ ਬੜੀ ਦੇਰ ਦੀ ਇੱਛਾ ਸੀ। ਇਹ ਜਿਹੜੀ ਰਬਾਬ ਹੈ ਬੜੀ ਅਜੀਬ ਕਿਸਮ ਦੀ, ਵਧੀਆ, ਇਹ ਮੈਂ ਗੁਰੂ ਨਾਨਕ ਦੇਵ ਜੀ ਨੂੰ ਭੇਟਾ ਕਰਨੀ ਹੈ। ਇਸ ਕਰਕੇ ਇਹ ਬੰਦਾ ਭੇਟਾ ਕਰਕੇ ਗਿਆ ਹੈ। ਸੋ ਅਬ ਦਇਓ ਬਜਾਵਹੁ ਲੇਕਰ, ਬਿਲਮ ਨਾਮ ਕਰ ਦਰਹਾਲਾ। ਇਹ ਸੁੰਦਰ ਵਾਜੇ ਦੇ ਸਾਨੂੰ ਦੇਣ ਦੀ ਉਹਦੀ ਇੱਛਾ ਸੀ। ਲਓ ਹੁਣ ਤੁਸੀਂ ਵਜਾਓ। ਰਬਾਬ ਨੂੰ ਵਜਾਉਂਦਿਆਂ ਹੁਣ ਦੇਰ ਨਾ ਕਰੋ, ਬਹੁਤ ਦਿਨ ਅੱਗੇ ਬਤੀਤ ਹੋ ਗਏ ਨੇ। ਆਪਾਂ ਨੇ ਹੁਣ ਪਰਮਾਤਮਾ ਦਾ ਜਸ ਕਰਨਾ, ਕੀਰਤਨ ਕਰਾਂਗੇ। ਆਏ ਸਮਾਨ ਲਇਓ ਮਰਦਾਨੇ, ਕਰਨ ਲਗਿਓ ਤਬ ਸੁਰ ਕੋ। ਮਹਾਰਾਜ ਦੀ ਆਗਿਆ ਮੰਨ ਕੇ ਭਾਈ ਮਰਦਾਨਾ ਰਬਾਬ ਨੂੰ ਸੁਰ ਕਰਨ ਲੱਗਿਆ। ਸੁਰ ਤਾਲ ਦੇ ਵਿੱਚ ਕਦੇ ਉਹ ਤਾਰਾਂ ਜੀਆਂ ਕੱਸਦਾ, ਕਦੇ ਕੁਛ ਕਰਦਾ। ਸ੍ਰੀ ਗੁਰ ਭਨਿਓ ਬਿਨਹਿ ਸੁਰ ਆਪੇ, ਬਾਬ ਹੋ ਬਿਲਮ ਨ ਕਰ ਕੋ। ਮਹਾਰਾਜ ਹੱਸਣ ਲੱਗ ਪਏ, ਮਰਦਾਨਿਆਂ ਇਹ ਉਹ ਰਬਾਬ ਨਹੀਂ ਜਿਹੜੀ ਤੂੰ ਪਹਿਲਾਂ ਉਹ ਢਾਡੀ ਨੂੰ ਇੱਕ ਨੂੰ ਨਾਲ ਲਿਆ। ਇਹ ਸੁਰਸਰ ਕਰਨ ਦੀ ਲੋੜ ਨਹੀਂ ਪੈਂਦੀ, ਇਹ ਅਗੰਮੀ ਰਬਾਬ ਹੈ। ਇਹ ਤਾਂ ਬਸ
ਤੂੰ ਆ ਗੱਜ ਜਿਹਾ ਹੱਥ 'ਚ ਫੜ ਕੇ ਉੱਤੇ ਤਾਰਾਂ ਤੇ ਸ਼ੁਰੂ ਕਰਦੇ ਵਜਾਉਣਾ। ਇਹਨੇ ਆਪੇ ਹੀ ਸੁਰ ਹੋ ਜਾਣਾ, ਇਹਨੇ ਆਪੇ ਹੀ ਬੋਲਣਾ। ਜਿਹੜਾ ਰਾਗ ਆਪਾਂ ਗਾਵਾਂਗੇ ਨਾ, ਇਹ ਵੀ ਉਹੀ ਬੋਲ ਪੈਂਦੀ ਹੈ। ਇਹ ਕਿਉਂਕਿ ਇਹ ਦੇਵਤਿਆਂ ਦੀ ਰਬਾਬ ਹੈ, ਅਗੰਮੀ ਰਬਾਬ ਹੈ। ਇਸ ਕਰਕੇ ਇਹਦੇ ਲਈ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਸੁਣਤ ਬਜਾਇਓ ਤਹਿ ਤਤਕਾਲਾ, ਸੁਰ ਬਨ ਗਾ ਤਬ ਆਪੇ। ਜਦ ਭਾਈ ਮਰਦਾਨੇ ਨੇ ਉੱਤੇ ਰਬਾਬ ਦੇ ਗਾਜ ਜਿਹਾ ਫੇਰਿਆ, ਉਹ ਤਾਂ ਆਪੇ ਵੱਜਣ ਲੱਗ ਪਈ ਔਰ ਆਪੇ ਆਪ ਹੀ ਸੁਰ ਹੋ ਕੇ ਬੜੀ ਮਿੱਠੀ ਆਵਾਜ਼ ਨਿਕਲੀ। ਐਸੀ ਬਾਤ ਨ ਅਚਾਰਜ ਤਾਕੋ, ਜਾਹੇ ਸੁਰਾਸੁਰ ਥਾਪੇ। ਹੁਣ ਦੇਵਤੇ ਅਤੇ ਦੈਂਤ ਜਿਸ ਗੁਰੂ ਨਾਨਕ ਨੇ ਬਣਾਏ ਨੇ, ਉਹਨਾਂ ਲਈ ਤੇ ਇਹ ਕੋਈ ਖਾਸ ਗੱਲ ਨਹੀਂ ਸੀ। ਪਹਿਲਾਂ ਅੰਦਾਜ਼ਾ ਵੀ ਲਾਉਣਾ ਨਾ, ਹੈਨ ਕੌਣ? ਤਿੰਨਾਂ ਲੋਕਾਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਨਿਰੰਕਾਰ ਪਰਮੇਸ਼ਰ ਆਪ ਸ੍ਰਿਸ਼ਟੀ ਤੇ ਆਏ ਨੇ, ਜਿਨ੍ਹਾਂ ਨੇ ਦੈਂਤ ਬਣਾਏ, ਦੇਵਤੇ ਬਣਾਏ, ਮਾਇਆ ਬਣਾਈ, ਤੱਤ ਬਣਾਏ, 84 ਲੱਖ ਜੂਨ ਬਣਾਈ। ਉਹਨਾਂ ਵਾਸਤੇ ਇਹੋ ਜਿਹੀ ਨਿੱਕੀ ਜਿਹੀ ਚੀਜ਼ ਕੋਈ ਖਾਸ ਗੱਲ ਨਹੀਂ ਹੁੰਦੀ। ਭਈ ਆਵਾਜ਼ ਤੁਹੀਂ ਨਿਰੰਕਾਰਾ, ਨਿਰੰਕਾਰ ਕਰਤਾਰਾ। ਉਸ ਰਬਾਬ ਦੇ ਉੱਤੇ ਗੱਜ ਫੇਰਦਿਆਂ ਸਾਰ ਹੀ ਆਪੇ ਸੁਰ ਹੋ ਗਈ। ਜਦੋਂ ਵਜਾਈ, ਅਗੰਮੀ ਰਬਾਬ ਵਿੱਚੋਂ ਆਵਾਜ਼ ਆਈ, ਤੂੰ ਹੀ ਨਿਰੰਕਾਰ, ਨਿਰੰਕਾਰ ਕਰਤਾਰ। ਹੁਣ ਉਹ 'ਚੋਂ ਆਵਾਜ਼ ਆਈ ਜਾਂਦੀ ਹੈ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਤੂੰ ਹੀ ਕਰਤਾਰ। ਇਸ ਤਰ੍ਹਾਂ ਦੀ ਜਿਹੜੀ ਆਵਾਜ਼ ਸੀ ਉਹਦੇ ਵਿੱਚੋਂ ਆਉਣਾ ਪ੍ਰਾਰੰਭ ਹੋ ਗਈ। ਆਪਣੇ ਆਪ ਹੀ ਉਹਦੇ ਵਿੱਚੋਂ ਕੀਰਤਨ ਹੋਣ ਲੱਗਿਆ। ਦੇਹ ਪਿਛੇ ਸ੍ਰੀ ਨਾਨਕ ਬਿਨਤੀ ਹੋਵਹਿ ਤਾਰ ਮਝਾਰਾ। ਸੋ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹਨੂੰ ਸੁਣਦੇ ਸਨ ਤਾਂ ਉਹਦੇ ਵਿੱਚੋਂ ਫਿਰ ਇਸ ਤਰ੍ਹਾਂ ਦੀ ਆਵਾਜ਼ ਆਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੀ ਹੈ। ਭਏ ਪ੍ਰੇਮ ਮੈਂ ਪਸ ਪੰਸੇ, ਸਾ ਮੋਹੇ ਮਨ ਉਧਿਆਨਾ। ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਵੀ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਉਸ ਵਕਤ ਪੰਛੀ, ਪਸ਼ੂ, ਜੰਗਲ ਦੇ ਸਾਰੇ ਉਹਨਾਂ ਦੇ ਮਨ ਮੋਹੇ ਗਏ, ਖਿੱਚੇ ਗਏ ਤੇ ਬਨ ਦੇ ਪਸ਼ੂ, ਪੰਛੀ, ਦਰਖਤ ਸਾਰੇ ਇੱਕ ਰਸ ਟਿਕ ਗਏ। ਕੱਲ ਵੀ ਆਇਆ ਸੀ ਇਹ ਕਿ ਹਵਾ ਚੱਲਦੀ ਆਪੇ ਹੀ ਖੜ ਗਈ। ਇਹ ਚੀਜ਼ ਹੁਣ ਦੇ ਜ਼ਮਾਨੇ ਵਿੱਚ ਮੰਨਣ ਯੋਗ ਨਹੀਂ ਹੈ, ਪਰ ਗੁਰਬਾਣੀ ਅੰਦਰ ਇਤਨੀ ਸ਼ਕਤੀ ਹੈ। ਹੁਣ ਵੀ ਮਹਾਤਮਾ ਬੈਠੇ ਨੇ, ਕਰਨ ਨੂੰ ਸਾਰਾ ਕੁਝ ਕਰ ਸਕਦੇ ਨੇ, ਪਰ ਸਮਾਂ ਹੀ ਇਹੋ ਜਿਹਾ ਭਿਆਨਕ ਐਸਾ ਸਮਾਂ ਹੈ। ਲੋਕੀ ਕਹਿਣਗੇ ਕਿ ਇਹ ਕੋਈ ਕਰਾਮਾਤ ਦਿਖਾ ਰਿਹਾ, ਕੋਈ ਕਹੂਗਾ ਇਹ ਜਾਦੂ ਦਿਖਾ ਰਿਹਾ। ਇਸ ਕਰਕੇ ਸੰਸਾਰ ਐਸਾ ਹੈ। ਤਰਵਰ ਤੇ ਰਸ ਨਿਚਰਨ ਲਾਗਿਓ, ਬਿਸਰਾ ਸਭਿਨ ਅਪਾਨਾ। ਜਿੰਨੇ ਦਰਖਤ ਸਨ ਉਹਨਾਂ ਵਿੱਚੋਂ ਉਸ ਵਕਤ ਰਸ ਨਿਚੜਨ ਲੱਗ ਪਿਆ ਅਤੇ ਸਾਰਾ ਜਿਹੜਾ ਸੀ ਸਭਨ ਅਪਾਨਾ, ਸਭ ਨੂੰ ਆਪਾ ਵਿਸਰ ਗਿਆ। ਜਿਵੇਂ ਜੇ ਇਹ ਪ੍ਰਮਾਣ ਦੇਖਣਾ ਕਿਸੇ ਨੇ ਤਾਂ ਸੁਲਤਾਨਪੁਰ ਸਾਹਿਬ ਜਿਹੜੀ ਬੇਰੀ ਹੈ ਉੱਥੇ ਜਾ ਕੇ ਦੇਖ ਸਕਦੇ ਆ ਹੁਣ ਵੀ, ਕਿਉਂਕਿ ਉਹ ਪੁਰਾਣੀ ਹੈ, ਗੁਰੂ ਨਾਨਕ ਦੇਵ ਦੇ ਵੇਲੇ ਦੀ ਹੈ। ਉਹਦੇ ਵਿੱਚ ਵੀ ਐਸੀ ਚੀਜ਼ ਹੈ। ਇੱਕ ਉਹਦੇ 'ਚ ਹੋਰ ਖਾਸੀਅਤ ਹੈ, ਜਦੋਂ ਕੋਈ ਕਸ਼ਟ ਆਉਣਾ ਹੁੰਦਾ ਉਦੋਂ ਉਹਦੇ 'ਚ ਖੂਨ ਨਿਕਲਦਾ। 1965 ਦੀ ਜੰਗ ਲੱਗੀ ਸੀ ਜਦ, ਫਿਰ ਉਹਦੇ 'ਚ ਖੂਨ ਨਿਕਲਿਆ ਕਾਫੀ ਦਿਨ, ਸਾਰੀ ਦੁਨੀਆ ਦੇਖਣ ਆਈ ਸੀ। ਜਦ 1971 ਦੀ ਜੰਗ ਲੱਗੀ ਸੀ ਉਦੋਂ ਥੋੜ੍ਹੇ ਦਿਨ ਪਹਿਲਾਂ ਬੇਰੀ 'ਚੋਂ ਕਾਫੀ ਖੂਨ ਨਿਕਲਿਆ ਸੀ। ਸੋ ਇਸ ਤਰ੍ਹਾਂ ਦੇ ਕੌਤਕ ਉਸ ਬੇਰੀ 'ਚ ਹੁੰਦੇ ਨੇ। ਜਦੋਂ ਦੁਨੀਆ ਤੇ ਕਸ਼ਟ ਆਉਣਾ ਹੁੰਦਾ ਤਾਂ ਉਹ ਬੇਰੀ ਵਿੱਚੋਂ ਕੋਈ ਕੌਤਕ ਵਰਤ ਜਾਂਦਾ। ਸੁਣ ਸੁਣ ਸ੍ਰੀ ਨਾਨਕ ਮਨ ਭਾਏ, ਲਗੇ ਸਮਾਧ ਅਖੰਡਾ। ਸੁਣ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਨੂੰ ਭਾ ਗਈ, ਬਹੁਤ ਆਨੰਦ ਆਇਆ। ਗੁਰੂ ਨਾਨਕ ਦੇਵ ਜੀ ਕੀਰਤਨ ਤੇ ਬਹੁਤ ਖੁਸ਼ ਹੁੰਦੇ ਨੇ। ਅਖੰਡ ਸਮਾਧੀ ਲੱਗੀ, ਸੁੰਨ ਸਮਾਧੀ ਆਪ ਸਤਿਗੁਰੂ ਮਹਾਰਾਜ ਨਿਰਵਿਕਲਪ ਸਮਾਧੀ ਦੇ ਵਿੱਚ ਚਲੇ ਗਏ। ਪਲਕ ਜੁਟੇ ਜੁਗ ਭਏ ਬਦੇਹਾ, ਸਵਾਸ ਦਸਮ ਦਰ ਮੰਡਾ। ਦੋਨੇ ਨੇਤਰ ਮਹਾਰਾਜ ਸੱਚੇ ਪਾਤਸ਼ਾਹ ਦੇ ਬੰਦ ਹੋ ਗਏ ਔਰ ਦੋਨੋਂ ਪਲਕਾਂ ਜਦੋਂ ਬੰਦ ਹੋਈਆਂ, ਬਦੇਹਾ ਸਰੀਰ ਹੋ ਗਿਆ। ਸਰੀਰ ਦਾ ਪਤਾ ਹੀ ਨਹੀਂ ਕਿੱਥੇ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਉਸ ਸਰੂਪ ਵਿੱਚ ਜਾ ਕੇ ਟਿਕ ਗਏ ਕਿ ਜਿੱਥੇ ਦਸਮ ਦੁਆਰ ਦੇ ਵਿੱਚ
ਸਾਰਾ ਕੁਝ ਚਲਿਆ ਗਿਆ। ਇਹ ਇੱਕ ਸਿਰਫ ਬਾਹਰਲੀ ਕਲਪਨਾ ਮਾਤਰ ਕਵੀ ਲਿਖ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਲਈ ਤਾਂ ਦਸਮ ਦੁਆਰ ਆਮ ਬੰਦੇ ਲਈ ਹੁੰਦਾ, ਗੁਰੂ ਸਾਹਿਬ ਤਾਂ ਵੈਸੇ ਹੀ ਸਰਬ ਵਿਆਪਕ ਨੇ। ਇਸ ਕਰਕੇ ਉਹ ਤਾਂ ਅਖੰਡ ਕੀਰਤਨ ਦਾ ਜਦੋਂ ਜਾਪ ਹੋਇਆ ਉਸ ਵਕਤ ਐਸੀ ਸਮਾਧੀ ਲੀਨ ਹੋਈ। ਇੱਕ ਵਾਰੀ ਦੀ ਗੱਲ ਹੈ, ਜਿੱਥੇ ਹੁਣ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਸਾਹਿਬ, ਜਦੋਂ ਗੁਰੂ ਨਾਨਕ ਦੇਵ ਜੀ ਇੱਕ ਵਾਰ ਭਾਈ ਮਰਦਾਨੇ ਨਾਲ ਉੱਥੋਂ ਲੰਘੇ ਸੀ, ਕਹਿੰਦੇ ਮਰਦਾਨਾ ਚੌਥੇ ਰੂਪ ਵਿੱਚ ਇੱਥੇ ਥਾਂ ਪ੍ਰਗਟ ਕਰਾਂਗੇ ਭਾਈ, ਇੱਥੇ ਅਸੀਂ ਆਉਣਾ ਹੈ ਚੌਥੇ ਸਰੂਪ ਵਿੱਚ, ਇੱਥੇ ਸੁੰਦਰ ਹਰਮੰਦਰ ਬਣੇਗਾ, ਇੱਥੇ ਸੁੰਦਰ ਸਰੋਵਰ ਬਣੇਗਾ, ਚੱਲ ਇੱਥੇ ਬੈਠ ਕੇ ਕਰਤਾਰ ਦੀ ਕੀਰਤੀ ਕਰੀਏ। ਜਦੋਂ ਗੁਰੂ ਨਾਨਕ ਦੇਵ ਜੀ ਉੱਥੇ ਬੈਠ ਕੇ ਕਰਤਾਰ ਦੀ ਕੀਰਤੀ ਕਰਨ ਲੱਗੇ, ਭਾਈ ਮਰਦਾਨਾ ਰਬਾਬ ਵਜਾਉਣ ਲੱਗੇ, ਭਾਈ ਬਾਲਾ ਜੀ ਚੌਰ ਕਰਿਆ ਕਰਦੇ ਸੀ ਮਹਾਰਾਜ ਨੂੰ। ਸੋ ਉਸ ਵਕਤ ਕਿੰਨੀ ਦੇਰ ਕੀਰਤਨ ਹੁੰਦਾ ਰਿਹਾ, 8 ਪਹਿਰ ਤੱਕ ਸਮਾਧੀ ਨਾ ਖੁੱਲੀ ਮਹਾਰਾਜ ਦੀ। ਜਦੋਂ ਭਾਈ ਮਰਦਾਨੇ ਨੇ ਨੇਤਰ ਖੋਲ੍ਹੇ, ਚਾਰੇ ਪਾਸੇ ਜਿਵੇਂ ਸਰੋਵਰ ਬਣਿਆ ਹੁੰਦਾ, ਪਾਣੀ ਪਾਣੀ ਖੜਾ ਹੈ, ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਹੀਂ ਨਜ਼ਰ ਆ ਰਹੇ। ਕਿੰਨੀ ਦੇਰ ਬੈਠਾ ਭਾਈ ਮਰਦਾਨਾ ਬੇਨਤੀਆਂ ਕਰਦਾ ਰਿਹਾ। ਕੁਝ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਦਰਸ਼ਨ ਦੇਣ ਲੱਗੇ। ਮਹਾਰਾਜ ਆਪ ਜੀ ਕਿੱਧਰ ਅਲੋਪ ਹੋ ਗਏ ਸੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਇਹ ਜਿਹੜਾ ਪ੍ਰਮਾਤਮਾ ਦੇ ਬਾਣੀ ਦਾ ਕੀਰਤਨ ਹੈ ਨਾ, ਇਹ ਦਰਵੀਭੂਤ ਕਰ ਦਿੰਦਾ ਹੈ। ਇਹਦੇ ਨਾਲ ਅਸੀਂ ਅੰਮ੍ਰਿਤ ਰੂਪ ਹੋ ਗਏ ਸੀ, ਆਪ ਹੀ ਜਲ ਰੂਪ ਹੋ ਕੇ, ਅੰਮ੍ਰਿਤ ਰੂਪ ਹੋ ਕੇ, ਚਾਰੇ ਪਾਸੇ ਅਸੀਂ ਜਲ ਰੂਪ ਹੋ ਗਏ। ਔਰ ਇਹੀ ਜਲ ਇਸ ਧਰਤੀ ਵਿੱਚ ਹੁਣ ਸਮਾ ਜਾਵੇਗਾ। ਸਮਾਂ ਆਵੇਗਾ ਜਦੋਂ ਇੱਥੇ ਅੰਮ੍ਰਿਤ ਸਰੋਵਰ ਬਣੇਗਾ ਤੇ ਇਹੀ ਜਲ ਉਸ ਜਲ ਵਿੱਚ ਮਿਲ ਜਾਵੇਗਾ। ਕਿਉਂ? ਇੱਥੇ ਅਸੀਂ ਅੰਮ੍ਰਿਤ ਦੀ ਵਰਖਾ ਕਰ ਦਿੱਤੀ। ਇਹ ਅਜੀਬ ਜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਆਮ ਲੋਕਾਂ ਤੋਂ ਬਹੁਤ ਹਟਵੀਆਂ ਨੇ। ਜਿਹੜੇ ਚੰਗਾ ਤਕੜਾ ਅਭਿਆਸ ਕਰਨ ਵਾਲੇ ਬੰਦੇ ਹੁੰਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਕਿ ਕੀ ਹੋ ਸਕਦਾ ਹੈ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੌਤਕ ਹਨ। ਉਹ ਅਸ਼ੋਭ ਛੁਰਹਿ ਨਹਿ ਤਿਹ ਕੋ, ਬੀਤ ਗਏ ਦਿਨ ਸੋ ਦੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਨਹੀਂ ਹਿੱਲੀ। 2 ਦਿਨ ਤੱਕ ਸਮਾਧੀ ਲੱਗੀ ਰਹੀ। 2 ਦਿਨ ਦਾ ਮਤਲਬ ਕਿ ਵਿਚਾਲੇ ਰਾਤਾਂ ਵੀ ਆਈਆਂ। ਲਗਭਗ 48 ਘੰਟੇ ਤੱਕ ਸਮਾਧੀ ਲੀਨ ਰਹੇ। ਪਦਮਾਸਨ ਵੈਸੇ ਅਸ ਸੋਹਤ, ਜਿਵ ਸਿਵ ਕਲਮਲ ਖੋ। ਮਹਾਰਾਜ ਸੱਚੇ ਪਾਤਸ਼ਾਹ ਪਦਮਾਸਨ ਲਾ ਕੇ ਬੈਠੇ ਹਨ। ਇੱਕ ਉੱਚੇ ਤੋਂ ਉੱਚਾ ਪ੍ਰਮਾਣ ਕਵੀ ਜੀ ਨੂੰ ਜੋ ਸੁਝਿਆ ਉਹਨਾਂ ਸਮਿਆਂ ਦਾ, ਉਹ ਇਸ ਤਰ੍ਹਾਂ ਦਾ ਕਿ ਜਿਵੇਂ ਕਹਿੰਦੇ ਨੇ ਸ਼ਿਵ ਜੀ ਦੀ ਸਮਾਧੀ ਸਭ ਤੋਂ ਵੱਡੀ ਮੰਨੀ ਹੈ। 88,000 ਵਰਾ ਇੱਕ ਸਮਾਧੀ ਹੁੰਦੀ ਉਹਦੀ। 88,000 ਸਾਲ ਤੱਕ ਇੱਕੋ ਸਮਾਧੀ ਲੀਨ ਰਹਿੰਦਾ। ਅਥਵਾ ਜੇ ਪ੍ਰਮਾਣ ਦਈਏ ਹੁਣ ਆਪਾਂ ਤਾਂ 10ਵੇਂ ਪਾਤਸ਼ਾਹ ਜਿਵੇਂ ਸ੍ਰੀ ਹੇਮਕੁੰਟ ਸਾਹਿਬ ਸਜੇ ਸੀ ਸਤਿਯੁਗ ਤੋਂ ਲੈ ਕੇ, ਅਤੇ ਕਲਯੁਗ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦਵੈਤ ਏਕ ਰੂਪ ਹਵੈ ਗਇਓ ਦੇ ਵਿੱਚ ਜਿਵੇਂ ਲੀਨ ਹੋਏ ਸਨ। ਦੋਹਰਾ ਸ੍ਰੀ ਸਤਿਗੁਰ ਪਾਰਸ, ਚਰਨ ਮਨ ਮਨੋਰਮਮ ਭੇਟ। ਹੁਣ ਮੰਗਲ ਕਰਦੇ ਨੇ 36ਵੇਂ ਪ੍ਰਸੰਗ ਦਾ। ਮੇਰੇ ਮਨੂਰ ਹੋ ਚੁੱਕੇ ਮਨ ਨੂੰ ਜਦੋਂ ਸ੍ਰੀ ਸਤਿਗੁਰੂ ਮਹਾਰਾਜ ਦੇ ਪਾਰਸ ਰੂਪੀ ਚਰਨਾਂ ਦੀ ਛੋਹ ਪ੍ਰਾਪਤ ਹੋਵੇਗੀ। ਕੰਚਨ ਸੋ ਹੋਵੈ, ਜਬ ਹੈ ਲਗਹਿ ਨਾ ਜਮ ਕੀ ਫੇਟ। ਕਹਿੰਦੇ ਜਦੋਂ ਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਵੇਗੀ ਤਦੋਂ ਸੋਨੇ ਵਾਂਗੂ ਸ਼ੁੱਧ ਹੋ ਜਾਵੇਗਾ ਮੇਰਾ ਮਨ। ਫਿਰ ਉਹਨੂੰ ਜਮਾਂ ਦੀ ਫੇਟ ਨਹੀਂ ਲੱਗੇਗੀ, ਚੋਟ ਨਹੀਂ ਲੱਗੇਗੀ, ਮਾਰ ਨਹੀਂ ਪਵੇਗੀ। ਮਨੂਰ ਉਹ ਲੋਹਾ ਹੁੰਦਾ ਜਿਹਨੂੰ ਖਰਾ ਦੀਏ ਹੌਲੀ ਹੌਲੀ ਕਿਸੇ ਲੋਹੇ ਨੂੰ, ਸੋ ਲੇਥ ਮਸ਼ੀਨ ਦੇ ਉੱਤੇ ਖਰਾਦ ਦੇ ਬੂਰਾ ਜਿਹਾ ਇੱਕ ਡਿੱਗਦਾ ਰਹਿੰਦਾ ਥੱਲੇ। ਉਹ ਦੁਕਾਨਦਾਰ ਉਹ ਬੂਰੇ ਜਿਹਨੂੰ ਆਪਣੀ ਦੁਕਾਨ ਦੇ ਪਿਛਲੇ ਪਾਸੇ ਜਾਂ ਅੱਗੇ ਕਿਤੇ ਢੇਰ ਜਿਹਾ ਲਾਈ ਜਾਂਦੇ ਨੇ, ਉਹਦੇ ਉੱਤੇ ਬਰਸਾਤ ਹੋ ਜਾਂਦੀ ਹੈ, ਹਵਾ ਚੱਲ ਕੇ ਉਹਦੇ ਤੇ ਜੰਗਾਲ ਲੱਗ ਜਾਂਦਾ। ਉਹ ਬੂਰਾ ਜਿਹਾ ਕਿਸੇ ਕੰਮ ਦਾ ਨਹੀਂ, ਕਿਉਂਕਿ ਉਹਨੂੰ ਜੰਗਾਲ ਲੱਗ ਗਿਆ। ਜੇ ਤਾਂ ਲੋਹਾ ਹੋਵੇ ਫਿਰ ਤਾਂ ਲੋਹੇ ਨੂੰ ਘਸਾ ਘਸੂ ਕੇ ਬੰਦਾ ਠੀਕ ਕਰ ਲੈਂਦਾ, ਪੱਠੀ 'ਚ ਪਾ ਕੇ ਭੰਗਲਾ ਲੈਂਦਾ। ਉਹ ਬੂਰੇ ਨੂੰ ਜਾਂ ਜੰਗਾਲ ਲੱਗ ਜਾਂਦਾ, ਉਹਨੂੰ ਕਹਿੰਦੇ ਨੇ ਕਿ ਇਹ ਬੂਰਾ ਜਿਹੜਾ ਹੈ ਮਨੂਰ ਬਣ ਗਿਆ ਹੁਣ।
ਮਨੂਰ ਨੂੰ ਕੋਈ ਬੰਦਾ ਦੁਬਾਰਾ ਬਦਲ ਨਹੀਂ ਸਕਦਾ, ਬੇਕਾਰ ਹੋ ਗਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਐਸੇ ਨੇ, ਕਹਿੰਦੇ ਮਨੂਰ ਹੋਇਆ ਹੋਇਆ ਬੰਦਾ ਹੋਵੇ, ਜਿਵੇਂ ਸੱਜਣ ਠੱਗ ਸੀ, ਜਿਵੇਂ ਦੀਪਾਲਪੁਰ ਵਾਲਾ ਕੋਹੜੀ ਸੀ, ਉਹ ਕੋਹੜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਰਿਆ ਸੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸ਼ਬਦ ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਦ੍ਰਿਸ਼ਟਸ ਦੇਹਾ। ਲੱਗੇ ਸਮਾਦ ਬੀਤੇ ਦਿਨ ਦੋ, ਲੋਚਨ ਕਮਲ ਨ ਵਿਕਸੇ। ਹੁਣ ਕੀ ਹੋਇਆ, ਸਮਾਧ ਲੱਗੀ, ਦਵਈਆ ਛੰਦ ਉਚਾਰਨ ਕਰਦੇ ਨੇ ਕਿ 2 ਦਿਨ ਲੰਘ ਗਏ ਨੇ ਸਮਾਧੀ ਲੱਗੀ ਨੂੰ। 2 ਦਿਨ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੋ ਸਮਾਧੀ ਲਾ ਲੈਂਦੇ ਨੇ, ਅਗੰਮੀ ਸਮਾਧੀ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਇਹ ਤਾਂ ਇੰਨੀ ਲੰਬੀ ਸਮਾਧੀ ਹੁੰਦੀ ਅਕਾਲ ਪੁਰਖ ਦੀ। ਇਸ ਕਰਕੇ ਮਹਾਰਾਜ 2 ਦਿਨ ਤੱਕ ਸਮਾਧ ਨਾ ਖੋਲੀ। ਮਰਦਾਨੇ ਤਨ ਸ਼ੁਦਾ, ਅਦਿਕ ਪੇ ਪ੍ਰਾਨ, ਜਾਹੇ ਜਿਉ ਨਿਕਸੇ। ਪਰ ਇੱਧਰ ਭਾਈ ਮਰਦਾਨਾ ਦੁਨਿਆਵੀ ਬੰਦਾ, ਸਵੇਰੇ ਰੋਟੀ, ਦੁਪਹਿਰੇ ਰੋਟੀ, ਰਾਤ ਨੂੰ ਰੋਟੀ, ਦੁੱਧ ਪੀਣਾ, ਤਾਂ ਹੁਣ ਕਿੱਥੇ ਭੁੱਖ ਜਰੀ ਜਾਂਦੀ। 2 ਦਿਨ ਲੱਗੇ, ਪ੍ਰਾਣ ਨਿਕਲ ਜਾਣ, ਰੋਟੀ ਦੀ ਭੁੱਖ ਲੱਗੀ ਹੈ। ਕੋ ਮਾਨਵਤ ਹੈ ਦ੍ਰਿਸ਼ਟ ਨ ਆਵੈ, ਜਿਹ ਤੇ ਜਚ ਹੈ ਖਾਨਾ। ਹੁਣ ਉੱਥੇ ਕੋਈ ਬੰਦਾ ਵੀ ਨਹੀਂ ਨਜ਼ਰ ਆਉਂਦਾ ਵੀ ਕਿਸੇ ਨੂੰ ਕਹੇ ਪਿੰਡੋਂ ਰੋਟੀ ਲਿਆ ਦੇ, ਜਦ ਤੂੰ ਰੋਟੀਆਂ 4 ਜੇ ਨਾਲ ਬੰਨੀਆਂ ਹੋਈਆਂ, ਰੋਟੀਆਂ ਮੈਨੂੰ 2 ਰੋਟੀਆਂ ਹੀ ਦੇ ਦੇ, ਭੁੱਖ ਲੱਗੀ ਆ। ਨਾ ਉੱਥੇ ਪਾਣੀ, ਨਾ ਰੋਟੀ। ਭਾਈ ਮਰਦਾਨੇ ਦਾ ਪਹਿਲੀ ਵਾਰ 'ਚ ਬੁਰਾ ਹਾਲ ਹੋ ਗਿਆ। ਉਤੋ ਨਿਕਟ ਨਿਰਮਲ ਜਲ ਸੀਤਲ, ਤਿਖ ਹਵੈ ਕਰਹਿ ਸੋ ਪਾਨਾ। ਬਸ ਇੱਕ ਨੇੜੇ ਜੋ ਛਪੜੀ ਜੀ ਸੀ, ਸਾਫ ਸੁਥਰਾ ਪਾਣੀ ਸੀ ਉਹਦਾ, ਉਹਨੂੰ ਸਾਫ਼ ਕਰੇ ਉੱਤੋਂ ਹੱਥ ਨਾਲ, ਤੇ ਸਾਫ਼ ਨਿਰਮਲ ਪਾਣੀ ਦੀਆਂ ਘੁੱਟਾਂ ਭਰ ਲਵੇ ਤੇ ਪਾਣੀ ਪੀ ਲਵੇ ਉੱਥੋਂ। ਪਰ ਰੋਟੀ ਨਹੀਂ ਮਿਲਦੀ। ਹੁਣ ਪਾਣੀ ਨਾਲ ਪਿਆਸ ਬੁਝਦੀ ਹੈ, ਭੁੱਖ ਨਹੀਂ ਮਿਟਦੀ। ਦੋਹਰਾ ਤਜ ਕਰ ਪ੍ਰਭ ਕੋ ਜਾਏ ਨ ਹੈ, ਮਨ ਮਹਿ ਕਰਤ ਵਿਚਾਰਾ। ਇਹ ਬਿਦ ਬੀਤ ਹੈ, ਸੰਗ ਨ ਹੋਵੈ, ਕਸ਼ਟ ਅਪਾਰ। ਹੁਣ ਛੱਡ ਕੇ ਨਹੀਂ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ। ਕਹਿੰਦੇ ਮਨ ਦੇ ਅੰਦਰ ਵਿਚਾਰ ਕਰਦਾ, ਫੇਰ ਜੇ ਮੈਂ ਚਲਿਆ ਗਿਆ ਛੱਡ ਕੇ ਕਿਵੇਂ ਨਿਭੇਗੀ ਮਗਰੋਂ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਤੇ ਕੋਈ ਕਸ਼ਟ ਨਾ ਹੋਵੇ, ਸਮਾਧੀ ਲਾ ਕੇ ਬੈਠੇ ਹਨ। ਸੋਰਠਾ ਅਬ ਕੇ ਦੇਹ ਮਝਾਰ ਅਬ ਹੈ, ਮੰਗੋ ਵਿਦਾ ਮੈਂ। ਹੁਣ ਜੇ ਮਹਾਰਾਜ ਸੱਚੇ ਪਾਤਸ਼ਾਹ ਦੇਹ ਚ ਆਏ, ਭਾਵ ਸਮਾਧੀ ਖੋਲਤੀ ਨਾ, ਪੱਕਾ ਫੈਸਲਾ ਕਰ ਲਿਆ ਬਈ ਮੈਂ ਨਹੀਂ ਰਹਿਣਾ ਇਹ ਨਾਲ ਤੁਹਾਡੇ, ਇਹ ਤਾਂ ਔਖਾ। 2 ਦਿਨ ਰੋਟੀ ਨਹੀਂ ਖਾਧੀ, ਛੱਡ ਜਾਨ ਨਿਕਲ ਜਾਂਦੀ ਰੋਟੀ ਨਾ ਖਾਈਏ। ਇਸ ਕਰਕੇ ਹੁਣ ਮਹਾਰਾਜ ਤੋਂ ਆਗਿਆ ਲੈ ਲਵਾਂਗੇ, ਆਪਾਂ ਤਾਂ ਆਰਾਮ ਨਾਲ ਆਪਣੇ ਪਿੰਡ ਜਾ ਕੇ ਮੌਜ ਕਰਾਂਗੇ। ਜਾਵੋ ਆਪਨ ਅਗਾਰੂ, ਕਠਨ ਰਹਿਨ ਹੈ ਸੰਗ ਇਹਨਾਂ ਨਾਲ ਰਹਿਣਾ ਤੇ ਬੜਾ ਔਖਾ ਬਈ, ਮੈਂ ਤਾਂ ਆਪਣੇ ਘਰ ਹੀ ਚਲਿਆ ਜਾਵਾਂਗਾ। ਭਾਈ ਮਰਦਾਨਾ ਇਸ ਤਰ੍ਹਾਂ ਸੋਚਦਾ। ਸਤਿਗੁਰੂ ਸਾਹਿਬ ਜਾਣੀ ਜਾਣ ਹਨ। ਦੁਆ ਛੰਦ ਬਹੁਤ ਸੁਦਾਮ ਹੈ, ਭਇਓ ਬੇਹਾਲਾ, ਭੋਜਨ ਹੱਥ ਨ ਆਇਓ। ਬਹੁਤ ਭੁੱਖ ਲੱਗੀ, ਬੇਹਾਲ ਹੋ ਗਏ, ਭੋਜਨ ਹੱਥ 'ਚ ਨਹੀਂ ਆਇਆ। ਉਹਨਾਂ ਦਿਨਾਂ 'ਚ ਰੋਟੀਆਂ ਵੀ 10-10 ਖਾਂਦੇ ਸੀ ਲੋਕ, ਕਾਫੀ ਪ੍ਰਸ਼ਾਦੇ, ਪਾਣੀ, ਦੁੱਧ, 4-5 ਕਿਲੋ ਦੁੱਧ ਤਾਂ ਆਮ ਸੀ ਦਿਹਾੜੀ ਦਾ। ਤੇ ਇਸ ਕਰਕੇ ਇੰਨੀ ਖੁਰਾਕ ਖਾਣ ਵਾਲਾ ਬੰਦਾ ਭੁੱਖ ਕਿਵੇਂ ਕੱਟੇ। ਰਜ ਨਹਿ ਸਕਹਿ ਦੀਨ ਦਿਆਲਾ, ਬਨੀ ਕਠਨ ਦੁਖ ਪਾਇਓ। ਬਹੁਤੀ ਔਖੀ ਘੜੀ ਆ ਗਈ ਬਈ, ਨਾ ਮੈਂ ਮਹਾਰਾਜ ਨੂੰ ਛੱਡ ਸਕਦਾ, ਨਾ ਮੈਂ ਕਿਤੇ ਰੋਟੀ ਖਾ ਸਕਦਾ। ਇਸ ਤਰ੍ਹਾਂ ਬੜਾ ਦੁਖੀ ਹੋ ਕੇ ਦੁੱਖ ਪਾਇਆ। ਅਸਮੰਜਸ ਭੇ ਦੋਨੋਂ ਬਾਤੈ, ਨਿਕਟ ਰਹਿਨ ਪੁਰ ਜਾਨਾ। ਦੋਨੋਂ ਗੱਲਾਂ ਹੀ ਬੜੀਆਂ ਜਿਹੜੀਆਂ ਕਠਨਤਾਈ ਵਾਲੀਆਂ, ਘਬਰਾਹਟ ਵਾਲੀਆਂ ਨੇ। ਨਾ ਤਾਂ ਪਾਸ ਰਹਿ ਸਕਦਾ, ਨਾ ਸ਼ਹਿਰ ਜਾ ਸਕਦਾ, ਨਾ ਰੋਟੀ ਖਾ ਸਕਦਾ। ਕਰਤ ਵਿਚਾਰ ਰਾਤ ਸਭ ਬੀਤੀ, ਭਇਓ ਉਦੇ ਪੁਨ ਭਾਨਾ। ਇਉਂ ਵਿਚਾਰ ਕਰਦਿਆਂ ਸਾਰੀ ਰਾਤ ਫੇਰ ਲੰਘ ਗਈ। ਜਦੋਂ ਜਾ ਕੇ ਸਵੇਰੇ ਸੂਰਜ ਚੜ੍ਹਿਆ, ਅੰਬਕ ਅੰਬਜ ਵਿਕਸੇ ਤਿਹ ਸ਼ਨਾ, ਭਏ ਸੁਚੇਤ ਸੁਸਰੀਰਾ। ਸੋ ਕਮਲਾਂ ਵਰਗੇ ਨੇਤਰ ਗੁਰੂ ਨਾਨਕ ਦੇਵ ਜੀ ਨੇ ਖਿੜਾ ਲਏ, ਖੋਲੇ ਨੇਤਰ। ਮਰਦਾਨਾ ਵੀ ਦੇਖ ਕੇ ਖਿੜ ਗਿਆ ਔਰ ਸੁਚੇਤ ਹੋਇਆ ਮਹਾਰਾਜ ਦਾ ਸਰੀਰ। ਮਰਦਾਨਾ ਹੱਥ ਜੋੜ ਕੇ ਮੱਥੇ ਟੇਕਦਾ,
ਧੰਨ ਹੈ ਸੱਚੇ ਪਾਤਸ਼ਾਹ, ਤੁਸੀਂ ਨੇਤਰ ਖੋਲੇ। ਮਰਦਾਨੇ ਕੇ ਉਰ ਕੀ ਲੱਖ ਕਰ ਬੋਲੇ ਵਾਕ ਗੰਭੀਰਾ। ਭਾਈ ਮਰਦਾਨੇ ਦੇ ਦਿਲ ਦੀ ਅੰਦਰੋਂ ਜਾਣ ਲਈ ਬਹੁਤ ਦੁਖੀ ਹੋ ਕੇ ਬੈਠਾ ਵਿਚਾਰਾ, ਮੱਥੇ ਤਿਉੜੀਆਂ ਪਾਈਆਂ ਨੇ। ਉਸ ਵਕਤ ਗੰਭੀਰ ਬਚਨ ਬੋਲੇ ਗੁਰਾਂ ਨੇ। ਇਹ ਵਿਦ ਕੇ ਸੁਧ ਬਦਹੁ ਆਪਨੀ ਬਦਨ ਰਹਿਓ ਮੁਰਝਾਇਓ। ਮਹਾਰਾਜ ਜਾਣੀ ਜਾਣ ਅੰਦਰੋਂ, ਪਰ ਬਾਹਰੋਂ ਕੀ ਕਹਿੰਦੇ? ਕਿਉਂ ਵੀ ਮਰਦਾਨਿਆ ਆ ਬੜਾ ਹੋਰ ਤਰ੍ਹਾਂ ਦਾ ਮੂੰਹ ਬਣਾ ਕੇ ਬੈਠਾ, ਮੁਰਝਾਇਆ ਜਿਹਾ, ਕੀ ਗੱਲ ਹੋ ਗਈ ਤੈਨੂੰ? ਸੁਨ ਕਰ ਸਿਰ ਨਾਨਕ ਕੇ ਬਚਨਾ ਕਹਿਣ ਲਗਿਓ ਵਿਕਿਆਲੋ। ਵਿਆਕੁਲ ਜਿਹਾ ਹੋ ਕੇ ਕਹਿਣ ਲੱਗਿਆ ਬਿਕਲਾਇਓ। ਉਸ ਵਕਤ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਬੜਾ ਦੁਖੀ ਜਿਹਾ ਹੋ ਕੇ ਕਹਿਣ ਲੱਗਿਆ, ਸੁਦਾ ਪਿਪਾਸਾ ਤੁਮਰੇ ਨਿਵਰੇ ਤਿਨ ਤੇ ਕਸ਼ਟ ਨ ਕੋ। ਮਹਾਰਾਜ ਜੀ, ਨਾ ਤਾਂ ਤੁਹਾਨੂੰ ਭੁੱਖ ਲੱਗੇ, ਨਾ ਤੁਹਾਨੂੰ ਲੱਗੇ ਪਿਆਸ, ਤੁਹਾਨੂੰ ਤਾਂ ਇਹ ਸਾਰੀਆਂ ਚੀਜ਼ਾਂ ਦੂਰ ਨੇ, ਤੁਹਾਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ, ਕੋਈ ਕਸ਼ਟ ਨਹੀਂ ਆਉਂਦਾ। ਕੈਸੇ ਤੁਮ ਕੋ ਆਨ ਬਿਆਪ ਹੈ ਰਾਵਰ ਸਿਰਜੇ ਸੋ। ਕਿਉਂਕਿ ਇਹ ਤਾਂ ਤੁਸੀਂ ਹੀ ਸਾਰੀਆਂ ਚੀਜ਼ਾਂ ਬਣਾਈਆਂ, ਭੁੱਖ ਵੀ ਪਿਆਸ ਵੀ ਤੁਹਾਨੂੰ ਕਿਵੇਂ ਲੱਗ ਸਕਦੀਆਂ ਹੈ? ਸਾਨੂੰ ਲੱਗਦੀਆਂ। ਮੈਨੂੰ ਭੁੱਖ ਵੀ ਲੱਗੀ ਆ, ਮੈਨੂੰ ਪਿਆਸ ਵੀ ਲੱਗੀ ਹੈ। ਹਮਰਾ ਨਰ ਤਨ ਤਿਨ ਬਿਨ ਗੁਜਰ ਨਾ ਆਸਨ ਬਸਨ ਨਿਤ ਚਾਹੋ। ਸਾਡਾ ਤਾਂ ਸਰੀਰ ਬੰਦਿਆਂ ਵਾਲਾ ਸੱਚੇ ਪਾਤਸ਼ਾਹ, ਸਾਡਾ ਤਾਂ ਗੁਜ਼ਾਰਾ ਇੰਨਾ ਹੈ ਰੋਟੀ ਪਾਣੀ ਤੋਂ ਬਿਨਾ, ਤੇ ਅਸਨ ਬਸਨ ਨਿਤ ਚਾਹੋ, ਕੱਪੜਾ ਲੀੜਾ ਖਾਣਾ ਪੀਣਾ ਬੰਦੇ ਨੂੰ ਚਾਹੀਦਾ ਹੀ ਆ ਨਾ। ਭਇਓ ਸੁਦਾ ਸੋ ਅਦਕ ਬਿਹਾਲਾ ਕਹਿਤੇ ਪ੍ਰਭ ਜੀ ਖਾਹੋ। ਮੈਂ ਤਾਂ ਭੁੱਖ ਨਾਲ ਬਹੁਤਾ ਬੇਹਾਲ ਹੋ ਗਿਆ ਮਹਾਰਾਜ, ਕਿੱਥੋਂ ਖਾਵਾਂ ਰੋਟੀ? ਤੁਹਾਡੇ ਨਾਲ ਰਹਿ ਕੇ ਤਾਂ ਭੁੱਖਾ ਮਰ ਗਿਆ। ਤੁਮ ਜੇ ਸੰਗ ਰੱਖਿਓ ਨਿਤ ਚਾਹਤ ਦੂਰ ਸੁਦਾ ਕਰ ਮੋਰੇ। ਦੇਖੋ, ਜੇ ਤਾਂ ਮੈਨੂੰ ਨਾਲ ਰੱਖਣਾ ਫੇਰ ਤਾਂ ਮੇਰੀ ਵੀ ਭੁੱਖ ਮੇਟ ਦਿਓ, ਮੈਨੂੰ ਭੁੱਖ ਹੀ ਨਾ ਲੱਗੇ ਮੁੜ ਕੇ, ਨਾ ਮੈਨੂੰ ਪਿਆਸ ਲੱਗੇ, ਨਹੀਂ ਤਾਂ ਮੇਰੇ ਲਈ ਫਿਰ ਤੁਹਾਡੇ ਨਾਲ ਰਹਿਣਾ ਔਖਾ। ਵਾਸਰ ਤੀਨ ਅਸਨ ਬਿਨ ਬੀਤੇ ਵਿਕਲ ਪੌਖਾ ਬਪੌਖਾ ਬਿਨ ਜੋਰੇ। ਦੇਖੋ ਨਾ ਹੁਣ ਮਹਾਰਾਜ ਸੱਚੇ ਪਾਤਸ਼ਾਹ 3 ਦਿਨ ਬਤੀਤ ਹੋ ਗਏ, ਤਾਂ 2 ਰਾਤਾਂ ਲੰਘੀਆਂ ਨੇ। ਵਿਆਕਲ ਹੋ ਕੇ ਮੈਂ ਇੰਨਾ ਦੁਖੀ ਹੋਇਆ ਹਾਂ, ਤਾਂ ਨਾ ਤੇ ਦੇਖੋ ਕੋਈ ਭੁੱਖ ਲੱਗੀ ਆ, ਨਾ ਤਾਂ ਸਰੀਰ ਕੋਈ ਜਾਨ ਰਹੀ, ਕਮਜ਼ੋਰ ਜਿਹਾ ਹੋ ਗਿਆ ਮੈਂ। ਦੇਖੋ ਕਿੰਨੀਆਂ ਰੋਟੀਆਂ ਖਾ ਲੈਣੀ ਸੀ 3 ਦਿਨ ਚ, ਕਿੰਨਾ ਦੁੱਧ ਪੀਣਾ, ਕਿੰਨਾ ਮੈਂ ਪਾਣੀ ਪੀਣਾ, ਰੋਟੀ ਤੋਂ ਬਾਅਦ ਕਿਲੋ ਗੁੜ ਵੀ ਖਾ ਜਾਣਾ। ਇਹ ਤੁਸੀਂ ਤਾਂ ਕੁਝ ਵੀ ਨਹੀਂ ਦਿੰਦੇ ਹੋ ਖਾਣ ਨੂੰ, ਤੁਹਾਡੇ ਨਾਲ ਰਹਿ ਕੇ ਮੈਂ ਕੀ ਕਰਨਾ। ਕਿਹ ਵਿਦ ਹੋਇ ਮੋਹਿ ਨਿਰਵਾਹੁ ਅਚਨ ਅਚਨ ਚਿਤ ਚਾਹਾ। ਮੇਰਾ ਨਿਰਵਾਹ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਹੋਵੇਗਾ ਜੀ? ਭੋਜਨ ਖਾਣ ਨੂੰ ਮੇਰਾ ਚਿੱਤ ਚਾਹੁੰਦਾ ਹੈ। ਇੱਕ ਨਿਰਵਲ ਤਨ ਦੂਸਰ ਪਦ ਸੋ ਸਦਾ ਪੰਥ ਅਵਗਾਹਾ। ਇੱਕ ਤਾਂ ਹੁੰਦਾ ਚਲੋ ਬੰਦੇ ਨੂੰ ਰੋਟੀ ਨਹੀਂ ਮਿਲੀ ਕੋਈ ਗੱਲ ਨਹੀਂ, ਦੂਜਾ ਤੁਸੀਂ ਤੋਰਦੇ ਹੋ, ਫਿਰ ਤੁਸੀਂ ਕਹਿੰਦਾ ਉੱਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ। ਸੌਖਾ ਕਿਤੇ ਤੁਰਨਾ ਭੁੱਖੇ ਬੰਦੇ ਨੂੰ। ਇਸ ਕਰਕੇ ਮਹਾਰਾਜ ਮੈਂ ਤੁਹਾਨੂੰ ਸੱਚ ਸੱਚ ਕਹਿਣਾ, ਕਿਉਂਕਿ ਭਾਈ ਮਰਦਾਨਾ ਮਹਾਰਾਜ ਤੇ ਸ਼ਰਧਾ ਹੀ ਬੜੀ ਕਰਦਾ ਸੀ, ਸੁਭਾਅ ਵੀ ਬੜਾ ਭੋਲਾ ਸਿੱਧਾ ਸਾਦਾ, ਬਹੁਤ ਪ੍ਰੇਮੀ ਸੀ ਮਹਾਰਾਜ ਦਾ, ਪਰ ਗੱਲ ਸੱਚੀ ਕਹਿ ਦਿੰਦਾ ਹੁੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨਾਲ ਵਿੱਚ ਵਿੱਚ ਗੁੱਸੇ ਵੀ ਹੋ ਜਾਂਦਾ ਹੁੰਦਾ ਸੀ। ਫਿਰ ਸਤਿਗੁਰੂ ਨੇ ਬਹੁਤ ਹੱਸਣਾ, ਹੱਸ ਕੇ ਕਹਿਣਾ, ਚੰਗਾ ਮਰਦਾਨਿਆ ਕੋਈ ਨਹੀਂ, ਕਰਦੇ ਆ ਤੇਰਾ ਇੰਤਜ਼ਾਮ ਰੋਟੀ ਦਾ। ਦੋਹਰਾ ਸ੍ਰੀ ਨਾਨਕ ਆਨਨ ਭਨੈ ਸੁਨ ਮਰਦਾਨਾ ਕਾਨ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਖਾਰਬਿੰਦ ਤੋਂ ਕਹਿਣ ਲੱਗੇ, ਭਈ ਮਰਦਾਨਾ ਕੰਨ ਦੇ ਕੇ ਸਾਡੀ ਗੱਲ ਸੁਣ। ਹਮ ਸੰਗ ਐਸੇ ਹੀ ਸਦਾ ਰਹੋ ਆਪ ਪਰਮਾਨ। ਮਹਾਰਾਜ ਸੱਚੇ ਪਾਤਸ਼ਾਹ ਹੁਣ ਜਾਣ ਕੇ ਹੋਰ ਪਰਖਦੇ ਨੇ, ਕਹਿੰਦੇ ਦੇਖ ਭਈ ਮਰਦਾਨਿਆਂ ਸਾਡੇ ਨਾਲ ਜੇ ਰਹਿਣਾ ਨਾ ਤਾਂ ਐਂ ਰਹਿਣਾ ਪੈਣਾ, ਫੇਰ ਤਾਂ ਮੈਨੂੰ ਪ੍ਰਵਾਨ, ਤੇ ਤੂੰ ਵੀ ਜੇ ਪ੍ਰਵਾਨ ਕਰਦਾ ਐਂ ਭੁੱਖ ਵੀ ਸਹਿਣੀ ਪਊ, ਪਿਆਸ ਵੀ ਸਹਿਣੀ ਪਊ। ਕਿਤੇ ਹੁਣ ਇੱਥੇ ਇਹ ਥੋੜੀ ਵੀ ਤੈਨੂੰ ਬਿਸਤਰੇ ਮਿਲਣਗੇ ਸੌਣ ਨੂੰ, ਜਿੱਥੇ ਜੰਗਲ 'ਚ ਅਸੀਂ ਸੌਵਾਂਗੇ ਉੱਥੇ ਤੈਨੂੰ ਸੌਣਾ ਪਵੇਗਾ। ਸੋਰਠਾ ਕਹਿ ਮੁਝ ਸ਼ੁਦਾ ਨਸਾਹੇ ਕਹਿ ਦੀਜੈ ਮੁਝ ਖਾਨ ਕੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਜਾਂ ਤਾਂ ਤੁਸੀਂ ਮੈਨੂੰ ਮੇਰੀ ਭੁੱਖ ਮੇਟ ਦਿਓ, ਤੇ ਜਾਂ ਮੈਨੂੰ ਕੁਝ ਖਾਣ ਨੂੰ ਦਿਓ ਜੀ। ਸੋ ਹੋਵੇ ਨਿਰਵਾਹੇ ਨਾ ਤੁਰ ਸੰਗ ਨ ਪੁਜਏ। ਤਾਂ ਮੇਰਾ ਤੁਹਾਡੇ ਨਾਲ ਗੁਜ਼ਾਰਾ ਹੋ ਸਕਦਾ, ਨਹੀਂ ਤਾਂ ਫਿਰ ਆਪਣਾ ਤੇ ਤੁਹਾਡਾ ਆਪਸ ਵਿੱਚ ਕੋਈ ਮੇਲ ਨਹੀਂ, ਮੇਰਾ ਤੁਹਾਡੇ ਨਾਲ ਕੋਈ ਸਾਥ ਨਹੀਂ ਰਹਿਣਾ। ਫਿਰ ਦੁਆਇਆ ਛੰਦ
ਇਹ ਬਾਤੈ ਸਭ ਢਿਗ ਕਰ ਤਾਰਾ ਕਰਨ ਕਰਾਵਨ ਜੋ। ਇਹ ਤਾਂ ਬਈ ਸਾਰੀਆਂ ਬਾਤਾਂ ਕਰਤਾਰ ਦੇ ਕੋਲ ਹੈ, ਉੱਥੇ ਬੇਨਤੀ ਕਰ, ਕਿਉਂਕਿ ਕਰਨ ਕਰਾਵਣ ਹਾਰ ਤਾਂ ਵਾਹਿਗੁਰੂ ਬੰਦੇ ਦੀ ਪਰਾਲਬਧ ਹੁੰਦੀ ਹੈ। ਹਮਰੇ ਸੰਗ ਜਾਣੈ ਅਸ ਵਿਦ ਜਸ ਬਨ ਕਾਟਹਿ ਸੋ। ਹੁਣ ਸਾਡੇ ਨਾਲ ਤੇ ਇਹੀ ਗੱਲ ਰਹਿਣੀ, ਇਹੋ ਗੱਲ ਹੈ ਬਸ, ਜਿਹੀ ਜੀ ਆ ਬਣੇ ਉਹੋ ਜੀ ਕੱਟਣੀ ਪੈਂਦੀ ਹੈ। ਖੁਸ਼ੀ ਹੋਏ ਤਾਂ ਨਿਕਟ ਰਹੀ ਜਾਏ ਨਤ ਜਾਵੋ ਨਿਜ ਤਾਮਾ। ਮਹਾਰਾਜ ਕਹਿੰਦੇ ਤੇਰੀ ਖੁਸ਼ੀ ਆ, ਦੇਖ ਰਹਿਣਾ ਰਹਿ, ਨਹੀਂ ਤਾਂ ਆਪਣੇ ਚੁੱਪ ਕਰਕੇ ਘਰ ਚਲਿਆ ਜਾ। ਮੇਰੇ ਨਾਲ ਜੇ ਰਹਿਣਾ ਤਾਂ ਇਸ ਤਰ੍ਹਾਂ ਹੀ ਕੱਟਣੀ ਪੈਣੀ ਤੈਨੂੰ। ਸੁਨ ਕਰ ਮਰਦਾਨਾ ਉਰ ਭਰਮਾਇਓ ਕਰੇ ਜਾਦ ਸੁਤ ਬਾਮਾ। ਸੁਣ ਕਰਕੇ ਬਈ ਮਰਦਾਨੇ ਦਾ ਮਨ ਭਰਮ ਗਿਆ, ਘਰ ਦੇ ਯਾਦ ਆਉਣ ਲੱਗੇ, ਪੁੱਤਰ ਇਸਤਰੀ ਸਭ ਯਾਦ ਆ ਗਏ। ਜਾਉ ਨਿਕੇਤਨ ਦੇਸ ਦੇਹੋ ਪ੍ਰਭ ਸੁਧ ਤੁਮਰੀ ਸਭ ਦੇਉ। ਮਹਾਰਾਜ ਮੈਂ ਫਿਰ ਘਰ ਹੀ ਚਲਿਆ ਜਾਣਾ ਜੀ, ਤੁਸੀਂ ਮੈਨੂੰ ਆਗਿਆ ਦਿਓ। ਮੈਂ ਤੁਹਾਡੀ ਸਾਰੀ ਖਬਰ ਉੱਥੇ, ਤੁਹਾਡੇ ਪਿਤਾ ਜੀ ਨੇ ਕਿਹਾ ਸੀ ਮੈਨੂੰ ਪਤਾ ਲਿਆ ਕੇ ਦੇਈਂ, ਤੇ ਮੈਂ ਤੁਹਾਡੇ ਪਿਤਾ ਜੀ ਨੂੰ ਮਾਤਾ ਜੀ ਨੂੰ ਸਾਰੀ ਖਬਰ ਜਾ ਕੇ ਦੱਸ ਦਿਆਂਗਾ। ਭਇਓ ਤਿਆਰ ਚੱਲਣ ਕੋ ਘਰ ਜਬ ਬੋਲੇ ਅਲਖ ਅਭੇਉ। ਅਲਖ ਤੇ ਅਭੇਵ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਤਾਂ ਤਿਆਰ ਹੋ ਗਿਆ ਜਾਣ ਨੂੰ ਵਾਪਸ। ਸੁਸਾ ਆਵਾਸ ਅਰਬਾਬ ਧਰੀਜੈ ਬਹੁਰ ਜਾਹੁ ਮਰਦਾਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਐਂ ਕਰ, ਆ ਰਬਾਬ ਚੱਕ, ਬੇਬੇ ਨਾਨਕੀ ਦੇ ਘਰੇ ਇਹ ਰਬਾਬ ਰੱਖ ਜਾ, ਤੇ ਤੂੰ ਆਪਣੇ ਫਿਰ ਘਰ ਬੇਸ਼ੱਕ ਚਲਿਆ ਜਾ ਮਰਦਾਨਿਆ। ਕਰਨਾ ਨਿਦ ਕੇ ਸੁਨ ਕੈ ਬਚਨਾ ਪੁਰ ਮਹਿ ਕਿਉ ਪਿਆਨਾ। ਕਿਉਂਕਿ ਉਸ ਵਕਤ ਸੁਣ ਕੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਰਬਾਬ ਚੁੱਕੀ, ਮੱਥਾ ਟੇਕਿਆ, ਫਿਰ ਪੂਰੀ ਸੁਲਤਾਨਪੁਰ ਸਾਹਿਬ ਵੱਲ ਨੂੰ ਚੱਲ ਪਿਆ। ਗਇਓ ਨਿਕੇਤ ਨਾਨਕੇ ਤਬ ਹੀ ਭੇਸ ਸੰਕ ਜਬ ਦੇਖਾ। ਜਦੋਂ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਗਿਆ, ਬੇਬੇ ਨਾਨਕੀ ਦੇਖ ਕੇ ਸੰਸੇ ਚ ਹੋ ਗਈ, ਇਹ ਮਰਦਾਨਾ ਰਬਾਬ ਚੁੱਕ ਕੇ ਕਿਉਂ ਆ ਗਿਆ। ਸੁੰਦਰ ਪੀੜਾ ਦੀਨ ਬਛਾਏ ਆਦਰ ਕੀਨ ਬਛੇਖਾ। ਸੁੰਦਰ ਪੀੜਾ ਦਿੱਤਾ ਬੈਠਣ ਨੂੰ, ਵਿਛਾਈ ਕਰਕੇ ਬਹੁਤ ਸਾਰਾ ਆਦਰ ਕੀਤਾ। ਬਹੁਤ ਦਿਵਸ ਮੈਂ ਹਮ ਘਰ ਆਇਓ ਕਹਾਂ ਰਹੇ ਮਰਦਾਨਾ। ਭਾਈ ਮਰਦਾਨਾ ਤੂੰ ਕਿੱਥੇ ਗਿਆ ਸੀ, ਬੜੇ ਦਿਨ ਲਾ ਕੇ ਵਾਪਸ ਆਇਆ ਘਰ। ਇਹ ਰਬਾਬ ਕੇ ਕੀਮਤ ਕਿਤਨੀ ਜੋ ਅਤ ਸੁੰਦਰ ਆਨਾ। ਇਹ ਰਬਾਬ ਦੀ ਕਿੰਨੀ ਕੁ ਕੀਮਤ ਹੈ ਜਿਹੜੀ ਬੜੀ ਸੁੰਦਰ ਤੂੰ ਲੈ ਕੇ ਆਇਆ ਹੈ। ਭਰਾਤਾ ਕੌਣ ਥਾਨ ਅਬ ਵੈਸੇ ਕਮਲ ਬਦਨ ਗਤ ਦੈਨਾ। ਭਰਾਤਾ ਜੀ ਕਿਹੜੇ ਥਾਂ ਦੇ ਉੱਤੇ ਬੈਠੇ ਨੇ ਜਿਨ੍ਹਾਂ ਦਾ ਸੁੰਦਰ ਚਿਹਰਾ ਕਮਲ ਵਰਗਾ, ਕਲਿਆਣ ਦੇ ਦੇਣ ਹਾਰੇ। ਕਹਿ ਮਰਦਾਨਾ ਆਇਸ ਲੈ ਕਰ ਹਉ ਜਾਵੋ ਨਿਜ ਐਨਾ। ਕਹਿਣ ਲੱਗਿਆ ਮੈਂ ਤਾਂ ਜੀ ਆਗਿਆ ਲੈ ਕੇ ਆ ਗਿਆ, ਮੈਂ ਤਾਂ ਆਪਣੇ ਘਰ ਵਾਪਸ ਜਾਵਾਂਗਾ। ਨਿਭੈ ਸੰਗ ਨਾ ਤਿਨ ਕੋ ਮੁਝ ਤੇ ਕਲਾਵਾਨ ਅਵਤਾਰਾ। ਉਹ ਤਾਂ ਕਲਾਵਾਨ ਅਵਤਾਰ ਨੇ, ਤਾਕਤਵਰ ਨੇ, ਮੇਰੀ ਉਹਨਾਂ ਨਾਲ ਨਹੀਂ ਦਾਲ ਗਲਣੀ, ਕਿਉਂ ਮੈਨੂੰ ਬਹੁਤ ਔਖਾ ਹੈ ਜੀ। ਤਿਨ ਸਮ ਹੋਵੈ ਨਿਕਟ ਰਹੈ ਸੋ ਖਾਏ ਨ ਕਬਹੁ ਆਹਾਰਾ। ਉਹਨਾਂ ਨਾਲ ਤਾਂ ਉਹੀ ਰਹਿ ਸਕਦਾ ਜਿਹੜਾ ਉਹੋ ਜਿਹਾ ਹੋਵੇ, ਮੈਂ ਨਹੀਂ ਰਹਿ ਸਕਦਾ। ਜਿਹੜਾ ਰੋਟੀ ਨਾ ਖਾਂਦਾ ਹੋਵੇ, ਪਾਣੀ ਨਾ ਪੀਂਦਾ ਹੋਵੇ, ਉਹੀ ਗੁਰੂ ਨਾਨਕ ਸਾਹਿਬ ਨਾਲ ਰਹਿ ਸਕਦਾ। ਧਰਨ ਰਬਾਬ ਸਦਨ ਮੈਂ ਆਇਓ ਤੁਮ ਕੈ ਦੇਹੋ ਸੰਦੇਸਾ। ਮੈਂ ਤਾਂ ਇਹ ਰਬਾਬ ਘਰੇ ਰੱਖਣ ਆਇਆ, ਔਰ ਇਹ ਸੰਦੇਸ਼ਾ ਜਿਹੜਾ ਹੈ ਤੁਹਾਨੂੰ ਦੇਣ ਆਇਆ ਕਿ ਮੈਂ ਚੱਲਿਆ ਹਾਂ। ਤਲਵੰਡੀ ਮੈਂ ਭਇਓ ਤਿਆਰੀ ਕਹਿਓ ਬਚਨ ਜਬ ਐਸਾ। ਮੈਂ ਤਾਂ ਤਲਵੰਡੀ ਜਾਣ ਨੂੰ ਹੁਣ ਤਿਆਰੀ ਕਰ ਲਈ ਆ ਜਦੋਂ ਇਹੋ ਜਿਹਾ ਬਚਨ ਕਿਹਾ। ਸੁਣਤ ਨਾਨਕੇ ਨੈਨਹ ਨੀਰਹੁ ਬੂੰਦ ਗਿਰਤ ਤਰ ਮਾਹੀ। ਸੁਣ ਕੇ ਬੇਬੇ ਨਾਨਕੀ ਦੇ ਅੱਖਾਂ ਵਿੱਚੋਂ ਅਥਰੂ ਆ ਗਏ, ਅਥਰੂ ਧਰਤੀ ਤੇ ਡਿੱਗ ਪਏ। ਧੀਰ ਹਰੇ ਔਰ ਪੀਰ ਗਹੀਰਾ ਤਜੋ ਹਰਖ ਸੁਖ ਨਾਹੀ। ਹੁਣ ਜਿਹੜੀ ਹੌਸਲਾ ਟੁੱਟ ਗਿਆ, ਮਨ ਬੜਾ ਦੁਖੀ ਹੋਇਆ, ਪੀੜਾ ਨਾਲ ਫੜਿਆ ਗਿਆ ਹਿਰਦਾ, ਡੂੰਘੀ ਪੀੜ ਪੈ ਗਈ ਹਿਰਦੇ 'ਚ ਵੀ ਇਹ ਕੀ ਗੱਲ ਹੋ ਗਈ। ਵੀਰ ਦੇ ਨਾਲ ਮਸਾਂ ਹੀ ਰਹਿਣ ਲੱਗਿਆ ਸੀ, ਸੋ ਤਜਿਓ ਹਰਖ ਸੁਖ ਨਾਹੀ। ਇਸ ਕਰਕੇ ਖੁਸ਼ੀ ਛੱਡ ਦਿੱਤੀ, ਮਨ ਨੂੰ ਦੁੱਖ ਹੈ, ਸੁਖ ਨਹੀਂ ਹੈ। ਤਨ ਸਨੇਹ ਸਾਗਰ ਮਹਿ ਮਗਨੰ ਗਿਆਨ ਕਿਨਾਰ ਨ ਪਾਵੈ। ਕਿਉਂਕਿ ਬਹੁਤਾ ਜ਼ਿਆਦੇ ਜਿਹੜਾ ਸਨੇਹ ਹੈ ਨਾ ਗੁਰੂ ਵਜੂਦ ਦੇ ਪ੍ਰੇਮ ਰੂਪੀ ਸਮੁੰਦਰ ਵਿੱਚ, ਤਾਂ ਹੁਣ ਕੀ ਹੋਇਆ, ਡੁੱਬ ਗਈ ਮਮਤਾ ਦੇ ਵਿੱਚ। ਵੀਰ ਮੇਰਾ ਇੰਨਾ ਚੰਗਾ ਵੀਰ, ਉਹਦੇ ਨਾਲ ਤੂੰ ਨਹੀਂ ਰਹਿ ਸਕਦਾ, ਔਰ ਗਿਆਨ ਰੂਪੀ ਕਿਨਾਰਾ ਨਹੀਂ ਮਿਲ ਰਿਹਾ ਹੁਣ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨਾਲ ਬੇਬੇ ਨਾਨਕੀ ਦਾ
ਬਹੁਤ ਪਿਆਰ ਹੈ, ਮੇਰਾ ਛੋਟਾ ਵੀਰ ਹੈ। ਨਹਿ ਨਾਨਕ ਰੂਪ ਜਹਾਜੋ ਜਿਸ ਅਲੰਬ ਧਰ ਜਾਵੈ। ਹੁਣ ਗੁਰੂ ਨਾਨਕ ਸਾਹਿਬ ਰੂਪੀ ਜਹਾਜ਼ ਵੀ ਨੇੜੇ ਨਹੀਂ, ਜਿਹਦੇ ਆਸਰੇ ਮੈਂ ਤਰ ਜਾਵਾਂ, ਇਉਂ ਮਨ ਦੇ ਵਿੱਚ ਸੋਚਦੀ ਹੈ। ਦਾਸੀ ਤੁਲਸਾਂ ਬੀਚੀ ਕੇ ਸਮ ਉਬਰਨ ਧੀਰ ਸੋ ਦੇਈ। ਦਾਸੀ ਤੁਲਸਾਂ ਜਿਹੜੀ ਹੈ ਬੀਚੀ ਹੁੰਦੀ ਆ ਲਹਿਰਾਂ ਵਾਂਗੂ ਹੈ, ਜਿਹੜੀ ਧੀਰਜ ਦਿੰਦੀ ਆ। ਨਹੀਂ, ਰੋਣਾ ਨਹੀਂ ਹੈ ਜੀ, ਤੁਸੀਂ ਕਿਉਂ ਰੋਂਦੇ ਹੋ? ਮਰਦਾਨੇ ਨੂੰ ਆਪਾਂ ਰੋਕ ਲੈਂਦੇ, ਇਹਨਾਂ ਨੂੰ ਆਪਾਂ ਜਾਣ ਨਹੀਂ ਦਿੰਦੇ। ਪੌਸ਼ਤ ਬਦਨ ਭੰਤ ਦਿਲਾਸਾ ਯਤਨ ਅਨੇਕ ਕਰੇ। ਤੁਲਸਾਂ ਦਾਸੀ ਨੇ ਫਿਰ ਉਸ ਵਕਤ ਮੁੱਖ ਪੂੰਝਿਆ, ਧੀਰਜ ਦਿੰਦੀ ਆ, ਪਿਆਰ ਦੇ ਬਾਗ ਕਹਿੰਦੀ ਆ ਕਿ ਤੁਸੀਂ ਕਿਸੇ ਤਰ੍ਹਾਂ ਮੰਨ ਜਾਓ ਕਿ ਇਹਨਾਂ ਨੂੰ ਆਪਾਂ ਮਨਾ ਲੈਂਦੇ ਆ। ਰੋਦਨ ਕਰਤਨ ਨਿਵਰੈ ਕਿਤ ਵਿਦ ਜਦ ਭਰਿਦਾ ਗਿਆਨੀ। ਭਾਵੇਂ ਮਨ ਦੇ ਅੰਦਰ ਗਿਆਨ ਹੈ, ਗਿਆਨਵਾਨ ਹੋ ਕੇ ਵੀ ਹਰ ਇੱਕ ਪ੍ਰੇਮ ਅਲੱਗ ਚੀਜ਼ ਹੈ। ਅਗਿਆਨ ਵਿੱਚ ਰੋਣਾ ਉਹ ਅਲੱਗ ਗੱਲ ਹੈ। ਮਹਾਰਾਜ ਨੇ ਜਿਵੇਂ ਲਿਖਿਆ, ਧੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ। ਇਹ ਅਗਿਆਨੀਆਂ ਦਾ ਰੋਣਾ ਹੈ। ਇੱਕ ਚੌਥੇ ਪਾਤਸ਼ਾਹ ਕਹਿੰਦੇ, ਮੈਂ ਨੀਰ ਵਹਿ ਚੱਲੈ ਜੀਓ। ਉਹ ਬਰਾਗ ਵਿੱਚ ਰੋਣਾ ਵੱਖਰਾ ਹੁੰਦਾ। ਸਫਲ ਗਿਆਨ ਉਹ ਹੈ ਜਿਸ ਵਿੱਚ ਪ੍ਰੇਮ ਹੈ। ਪ੍ਰੇਮ ਵਿਹੂਣਾ ਗਿਆਨ ਸਫਲ ਨਹੀਂ। ਬੇਬੇ ਜੀ ਦਾ ਗਿਆਨ ਸਤਿਗੁਰ ਦੇ ਰੱਬੀ ਵਜੂਦ ਦੀ ਪਹਿਚਾਣ ਪੂਰਨ ਗਿਆਨ ਹੈ, ਪਰ ਫਿਰ ਉਹਨਾਂ ਦੇ ਕੀਰਤਨੀ ਦੇ ਟੁਰ ਆਉਣ ਪਰ ਉਹਨਾਂ ਦੇ ਮਨੁੱਖੀ ਸਰੂਪ ਲਈ ਬਿਰਹਾ ਗਿਆਨ ਤੇ ਪ੍ਰੇਮ ਦਾ ਸੰਗਮ ਹੈ। ਇਸ ਕਰਕੇ ਇੱਕ ਭਗਤ ਇਸ ਗੱਲੋਂ ਦੁਖੀ ਹੈ ਕਿ ਪਰਮੇਸ਼ਰ ਰੂਪ ਧਾਰ ਕੇ ਆਇਆ, ਦੇਖੋ ਕੋਲ ਰਹਿਣ ਨੂੰ ਕੋਈ ਤਿਆਰ ਨਹੀਂ, ਸੇਵਾ ਕਰਨ ਲਈ ਤਿਆਰ ਸੀ, ਤੇ ਹੁਣ ਭਾਈ ਮਰਦਾਨਾ ਜਿਹੜਾ ਹੈ ਸੇਵਾ ਛੱਡ ਕੇ ਵਾਪਸ ਚੱਲਿਆ ਹੈ। ਸ੍ਰੀ ਨਾਨਕ ਸਨੇਹ ਕੀ ਮਹਿਮਾ ਵਿਸਰਨ ਤੇ ਬਿਲਖਾਨੀ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਦੀ ਮਹਿਮਾ ਬਹੁਤ ਕੀਤੀ ਹੈ, ਔਰ ਵਿਛੜਨ ਕਰਕੇ ਬੜਾ ਘਬਰਾਈ ਹੋਈ ਹੈ। ਹੁਤੋ ਜਰਾਮ ਗਇਓ ਕਿਤ ਕਾਜਾ ਆਵਾ ਤਿਹ ਛਨ ਮਾਹੀ। ਭਾਈਆ ਜੈ ਰਾਮ ਜੀ ਕਿਤੇ ਕੰਮ ਗਏ ਹੋਏ ਸੀ, ਉਹ ਵੀ ਉਸ ਵਕਤ ਆ ਗਏ। ਜਿਸ ਮਾਦਿਓ ਰੋਦਤਾ ਪਸ਼ ਜੰਤੂ ਤੁਲਸਾਂ ਸੋ ਬਚ ਪ੍ਰਾਹੀ। ਬਹੁਤ ਹੈਰਾਨ ਹੋਇਆ ਜਦੋਂ ਦੇਖਿਆ, ਵੇਖ ਕੇ ਤੁਲਸਾਂ ਨੂੰ ਪੁੱਛਿਆ ਬਈ ਇਹ ਜੋ ਹਨ ਬੇਬੇ ਨਾਨਕੀ ਬਾਰੇ ਕਹਿੰਦੇ, ਇਹ ਕਿਉਂ ਰੋ ਰਹੇ ਹਨ? ਕਹੋ ਕੈਸੇ ਕਹ ਭਇਓ ਕੋ ਕਾਜਾ ਰੋਦਤ ਕਾਲੂ ਤਨਿਆ। ਇਹ ਬਾਬਾ ਕਲਿਆਣ ਚੰਦ ਦੀ ਪੁੱਤਰੀ ਕਿਉਂ ਰੋਂਦੀ ਹੈ? ਇਹ ਕੀ ਇਹੋ ਜਿਹਾ ਪੁੱਠਾ ਕਾਰਜ ਹੋ ਗਿਆ? ਹੁਣ ਰੋਣ ਦਾ ਕੀ ਕਾਰਨ ਹੈ? ਤੁਲਸਾ ਪੰਥ ਚਲਿਓ ਮਰਦਾਨਾ ਏਕਲ ਭਰਾਤਾ ਗੁਨਿਆ। ਕਿਉਂਕਿ ਤੁਲਸਾ ਦਾਸੀ ਕਹਿਣ ਲੱਗੀ, ਅਸਲ 'ਚ ਗੱਲ ਇਹ ਹੈ ਕਿ ਭਾਈ ਮਰਦਾਨਾ ਕੋਲ ਰਹਿੰਦਾ ਸੀ, ਗੁਰੂ ਨਾਨਕ ਦੇਵ ਦੀ ਸੇਵਾ 'ਚ ਹਾਜ਼ਰ ਸੀ। ਇਹ ਹੁਣ ਚੱਲਿਆ, ਇਹ ਕਹਿੰਦਾ ਮੇਰੇ ਕੋਲੋਂ ਭੁੱਖ ਨਹੀਂ ਸਹਾਰੀ ਜਾਂਦੀ, ਤੇ ਪਾਣੀ ਦੀ ਪਿਆਸ ਲੱਗਦੀ, ਕਿਤੇ ਭੁੱਖੇ ਰਹਿ ਕੇ ਫਿਰ ਤੁਰਨਾ ਇਹ ਰਹਿ ਨਹੀਂ ਸਕਦਾ। ਕਹਿੰਦਾ ਮਹਾਰਾਜ ਵਰਗਾ ਹੀ ਹੋ ਕੋਈ, ਉਹੀ ਰਹੂ ਇਹਨਾਂ ਨਾਲ। ਹੋਏ ਉਦਾਸੂ ਜਾਹੇ ਵਿਦੇਸ਼ਾ ਵਿਛੜਨ ਕੋ ਦੁਖ ਮਾਨਾ। ਕਿਉਂਕਿ ਉਦਾਸ ਹੋ ਰਹੇ, ਹੁਣ ਵਿਦੇਸ਼ਾਂ 'ਚ ਵੀ ਜਾਣਾ, ਜੇ ਕੋਈ ਨਾਲ ਨਹੀਂ ਹੋਊਗਾ ਸੇਵਾ 'ਚ, ਵਿਛੜਨ ਦਾ ਦੁੱਖ ਮੰਨਣਾ ਹੀ ਹੈ। ਧਰਨ ਰਬਾਬ ਅਬ ਹੈ ਇਹ ਆਵਾ ਸੁਨ ਕਰ ਰੋਦਨ ਠਾਨਾ। ਸੋ ਇਹ ਰਬਾਬ ਵਾਪਸ ਰੱਖਣ ਘਰ ਆ ਗਿਆ, ਔਰ ਸੁਣ ਕਰਕੇ ਬੇਬੇ ਨਾਨਕੀ ਜੀ ਨੂੰ ਬਹੁਤ ਦੁੱਖ ਹੋਇਆ ਹੈ। ਸੋ ਬਹੁਤ ਜਿਹੜਾ ਹੈ ਰੋਂਦੀ ਹੈ। ਬੇਬੇ ਤਾਂ ਐ ਵੀ ਕਹਿੰਦੀ, ਜੇ ਮੈਂ ਮੇਰਾ ਜਾਮਾ ਇਸਤਰੀ ਦਾ ਨਾਂ ਹੁੰਦਾ, ਮੈਂ ਆਪਣੇ ਵੀਰ ਦੇ ਨਾਲ ਰਹਿੰਦੀ ਤੇ ਮੈਂ ਸੇਵਾ ਕਰਦੀ, ਮੈਂ ਹੋਰ ਕਿਸੇ ਨੂੰ ਨਾਲ ਨਹੀਂ ਸੀ ਜਾਣ ਦੇਣਾ, ਮੈਂ ਹੀ ਸੇਵਾ ਕਰਦੀ। ਪੰਤ ਜਰਾਮ ਰਹਿ ਮਰਦਾਨਾ ਜਿਸ ਵਿਦਾ ਕਰਿਓ ਸੋ। ਉਸ ਵਕਤ ਭਾਈਆ ਜੈ ਰਾਮ ਜੀ ਕਹਿਣ ਲੱਗੇ, ਮਰਦਾਨਾ ਜਿਸ ਤਰੀਕੇ ਨਾਲ ਤੂੰ ਰਹਿ ਸਕਦਾ ਰਹਿ, ਤੇਰਾ ਸਾਰਾ ਇੰਤਜ਼ਾਮ ਕਰ ਦਿਆਂਗੇ, ਤੈਨੂੰ ਉੱਥੇ ਰੋਟੀ ਪਹੁੰਚਾ ਦਿਆ ਕਰਾਂਗੇ, ਪਾਣੀ ਦਿਆ ਕਰਾਂਗੇ, ਅਸੀਂ ਤੇਰਾ ਇੰਤਜ਼ਾਮ ਕਰਾਂਗੇ। ਰਾਖੇ ਇਹਾ ਨਾ ਜਾਵਹਿ ਘਰ ਕੋ ਕਿਉਂ ਉਦਾਸ ਉਰ ਹੋ। ਇੱਥੇ ਰੱਖਾਂਗੇ ਆਪਾਂ, ਤੁਸੀਂ ਉਦਾਸ ਕਿਉਂ ਹੁੰਦੇ ਹੋ? ਬੇਬੇ ਨਾਨਕੀ ਨੂੰ ਕਹਿਣ ਲੱਗੇ, ਭਾਈਆ ਜੈ ਰਾਮ ਕਿਉਂ ਉਦਾਸ ਹੁੰਦੇ ਹੋ? ਇਹਨਾਂ ਨੂੰ ਆਪਾਂ ਇੱਥੇ ਰੱਖਾਂਗੇ, ਐ ਥੋੜੀ ਕਿ ਮਰਦਾਨਾ ਆਪਣੇ ਆਪ ਇੱਥੋਂ ਚਲਾ ਜਾਊਗਾ। ਇਹਨੂੰ ਜਿਹੜੀ ਤੰਗੀ ਤੁਰਸੀ ਹੈ ਕੋਈ ਅਸੀਂ ਦੂਰ ਕਰਾਂਗੇ। ਸੁਨ ਆਰਜ ਸੋਤਾ ਜੇ ਮਰਦਾਨਾ ਰਹਿ ਭਰਾਤ ਕੇ ਪਾਸੋ। ਸੋ ਕਹਿਣ ਲੱਗੀ, ਇਹ ਸ੍ਰੇਸ਼ਟ ਜੀ ਸੁਣੋ, ਗੱਲ ਇਹ ਹੈ, ਜੇ ਮਰਦਾਨਾ ਮੇਰੇ
ਭਰਾ ਦੇ ਪਾਸ ਰਹੇ। ਪਰਚੇ ਰਹਿ ਦੂਰ ਨਹਿ ਜਾਵਹਿ, ਨਤ ਪੁਨ ਹੋਏ ਉਦਾਸੋ। ਮੈਨੂੰ ਇਹ ਆ ਵੀ ਮੇਰੇ ਭਰਾਤਾ ਜੀ ਫਿਰ ਇੱਥੇ ਰਹਿਣਗੇ ਨੇੜੇ ਤੇੜੇ, ਪਰਚੇ ਰਹਿਣਗੇ, ਕੋਲ ਰਹੇਗਾ, ਸੇਵਾ ਕਰੇਗਾ, ਨਹੀਂ ਤਾਂ ਉਹ ਉਦਾਸ ਹੋ ਕੇ ਪਤਾ ਨਹੀਂ ਕਿੱਧਰ ਨੂੰ ਚਲੇ ਜਾਣ। ਮੈਨੂੰ ਇਹ ਡਰ ਹੈ ਉਹਨਾਂ ਦਾ ਕਿ ਉਹ ਬਰਾਗਵਾਨ ਹੋ ਕੇ ਚਲੇ ਜਾਣਗੇ। ਨਿਕਟ ਰਹਿਤ ਆਨਨ ਅਰਵਿੰਦਾ, ਕਬ ਕਬ ਹੋਂ ਪਛ ਜੰਤੂ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮੁਖ ਕਮਲ ਸੁੰਦਰ ਮੈਂ ਦੇਖ ਦੇਖ ਕੇ ਜਿਉਂਦੀ ਹਾਂ ਨਾ ਉਹਨਾਂ ਨੂੰ। ਮੇਰਾ ਵੀਰ ਹੈ, ਰੱਬ ਹੈ, ਮੇਰਾ ਭਰੋਸਾ ਹੈ, ਉਹਨਾਂ ਤੇ ਪਿਆਰ ਹੈ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੇਰੇ ਵੀਰ ਜੀ ਨਾ ਦੂਰ ਜਾਣ, ਕਦੇ ਕਦੇ ਮੈਂ ਚਲੋ ਦਰਸ਼ਨ ਕਰ ਲਿਆ ਕਰਾਂਗੀ। ਚਾਹੇ ਵਿਦੇਸ ਨ ਦੇਸੈ ਮੋਹੂ, ਮਨ ਲਖਿਓ ਬਿਲਖੰਤੋ। ਮੈਂ ਕਹਿੰਦੀ ਕਿਤੇ ਵਿਦੇਸ਼ ਨੂੰ ਨਾ ਚਲੇ ਜਾਣ, ਦੂਰ ਦਰਾਡੇ ਨਾ ਚਲੇ ਜਾਣ, ਕਿਉਂਕਿ ਮੈਂ ਇਸ ਕਰਕੇ ਮਨ ਮੇਰਾ ਘਬਰਾ ਰਿਹਾ, ਕਿਉਂਕਿ ਉਹਨਾਂ ਸਮਿਆਂ ਵਿੱਚ ਇੰਨੇ ਪੁਰਾਣੇ ਸਮੇਂ ਵਿੱਚ ਬੜੇ ਭਾਰੀ ਜੰਗਲ ਹੁੰਦੇ ਸੀ, ਲੋਕ ਤੁਰ ਕੇ ਹੀ ਜਾਂਦੇ ਹੁੰਦੇ ਸੀ, ਡਾਕੂ ਚੋਰ ਕਿਤਨੇ ਹੀ ਹੁੰਦੇ, ਮਾਰ ਧਾੜ ਕਰਨ ਵਾਲੇ, ਰਸਤੇ 'ਚ ਸ਼ੇਰ ਬਘੇਰੇ ਸੂਰ ਜਾਨਵਰ ਜੰਗਲੀ, ਇਹੋ ਜਿਹਾ ਮੌਕਾ ਹੁੰਦਾ ਨਹੀਂ ਸੀ, ਸਭ ਤੁਰ ਕੇ ਜਾਂਦੇ ਸੀ। ਇਸ ਕਰਕੇ ਕਹਿੰਦੇ ਇਕੱਲੇ ਜਾਣਾ ਬੜਾ ਮਾੜਾ ਹੈ। ਕਹਿ ਜਰਾਮ ਨਾਨਕ ਪਰ ਨਿਹਚਾ, ਉਰ ਥਿਰ ਗਿਰ ਸਰ ਤੇਰੇ। ਅੱਜ ਭਾਈਆ ਜੈ ਰਾਮ ਜੀ ਕਹਿੰਦੇ ਨਾਲੇ ਤੈਨੂੰ ਇੰਨਾ ਨਿਸ਼ਚਾ ਹੈ ਗੁਰੂ ਨਾਨਕ ਦੇਵ ਜੀ ਉੱਤੇ, ਪਹਾੜ ਬਰਾਬਰ ਥਿਰ। ਅੱਗੇ ਸਾਨੂੰ ਇੰਨੀ ਸਿੱਖਿਆ ਦਿੰਦੀ ਰਹੀ ਹੁਣ ਤੱਕ, ਅੱਜ ਤੂੰ ਕਿੱਦਾਂ ਡੋਲ ਗਈ ਹੈ? ਅੱਜ ਨਹੀਂ ਡੋਲਣਾ, ਕਿਉਂਕਿ ਤੇਰੇ ਮਨ ਦੇ ਅੰਦਰ ਤਾਂ ਹਮੇਸ਼ਾ ਨਿਸ਼ਚਾ ਬਣਿਆ ਹੁੰਦਾ ਹੈ। ਭ੍ਰਮ ਬੱਜਰ ਤੇ ਥਰ ਹਰ ਡੋਲਿਓ, ਧੀਰ ਨਸੀ ਇਹ ਬੇਰੇ। ਸੋ ਇੰਦਰ ਦਾ ਸ਼ਸਤਰ ਭਾਲੇ ਵਰਗਾ ਜੀ ਤੋਂ ਪਹਾੜ ਵੀ ਡਰਦੇ ਨੇ, ਉਹਨੂੰ ਕਹਿੰਦੇ ਬੱਜਰ। ਕਹਿੰਦੇ ਭਰਮ ਰੂਪੀ ਬੱਜਰ ਆ ਗਿਆ ਤੇਰੇ ਸਿਰ ਤੇ ਵੱਜਿਆ ਅੱਜ ਤਾਂ ਬਈ, ਤਾਂ ਤੈਨੂੰ ਡੁਲਾ ਦਿੱਤਾ ਤੇਰੇ ਨਿਸ਼ਚੇ ਨੂੰ। ਤੇਰਾ ਮਨ ਕਿਵੇਂ ਡੋਲ ਗਿਆ ਅੱਜ? ਇਸ ਕਰਕੇ ਤੇਰੇ ਮਨ ਦੇ ਵਿੱਚੋਂ ਇਹ ਜਿਹੜਾ ਆਸਰਾ ਕਿਵੇਂ ਦੂਰ ਹੋ ਗਿਆ? ਜਿਤਾ ਪ੍ਰਤੀ ਮੁਝ ਕੋ ਸਮਝਾਵਤ, ਅਬ ਕਿਉਂ ਉਰ ਮਹਿ ਭਰਮੀ। ਰੋਜ਼ ਮੈਨੂੰ ਸਮਝਾਉਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਰੱਬ ਨੇ, ਮੇਰਾ ਵੀਰ ਰੱਬ ਹੈ, ਤਾਂ ਹੁਣ ਅੱਜ ਤੂੰ ਮਨ ਵਿੱਚ ਕਿਉਂ ਭਰਮ ਗਈ ਹੈ? ਸ੍ਰੀ ਨਾਨਕ ਅਵਿਲੰਬ ਸਦਾ ਨਿਜ, ਲਖੈ ਸੋ ਤਿਨ ਕੇ ਮਰਮੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਆਸਰਾ ਰੂਪ ਨੇ, ਉਹਨਾਂ ਨੂੰ ਕੋਈ ਲੋੜ ਨਹੀਂ ਆਸਰੇ ਦੀ। ਤੈਨੂੰ ਸਾਰਾ ਕੁਛ ਨਾਲੇ ਚੰਗਾ ਭਲਾ ਪਤਾ ਹੈ ਕਿ ਉਹ ਪਰਮੇਸ਼ਰ ਨੇ। ਸੋ ਇਸ ਕਰਕੇ ਜਾਣਦੇ ਨੇ ਸਾਰੇ ਉਹਨਾਂ ਦੇ ਭੇਤੀ ਇਸ ਗੱਲ ਨੂੰ ਕਿ ਗੁਰੂ ਨਾਨਕ ਦੇਵ ਨੂੰ ਆ ਕਿਸੇ ਆਸਰੇ ਦੀ ਲੋੜ ਨਹੀਂ ਹੈ। ਪੁਨ ਮਰਦਾਨਾ ਜੈਸੇ ਰਹਿ ਪੁਰ, ਤੈਸੇ ਕਰੋ ਉਪਾਏ। ਫੇਰ ਭਾਈ ਮਰਦਾਨਾ ਜਿਵੇਂ ਰਹਿੰਦਾ ਉਹੋ ਜਿਹਾ ਉਪਾਅ ਕਰ ਦਿਓ। ਕੈਸੇ ਹਿਰਦੈ ਉਦਾਸ ਭਇਓ ਹੈ, ਕਿਉ ਤਲਵੰਡੀ ਜਾਏ। ਭਾਈਆ ਜੈ ਰਾਮ ਜੀ ਕਹਿਣ ਲੱਗੇ ਭਾਈ ਮਰਦਾਨਾ ਤੂੰ ਇਉਂ ਦੱਸ ਪਹਿਲਾਂ ਉਦਾਸ ਕਿਉਂ ਹੈ, ਕਿਉਂ ਤਲਵੰਡੀ ਵਾਪਸ ਜਾਣਾ ਚਾਹੁੰਦਾ ਹੈ? ਭੰਤ ਨਾਨਕੇ ਬੂਝੋ ਤਿਹ ਸੌ, ਕਿਉਂ ਦਲਗੀਰ ਭਇਓ ਹੈ। ਬੇਬੇ ਨਾਨਕੀ ਜੀ ਕਹਿਣ ਲੱਗੇ ਤੁਸੀਂ ਆਪ ਹੀ ਭਾਈ ਮਰਦਾਨੇ ਨੂੰ ਪੁੱਛ ਲਓ ਕਿਉਂ ਦਲਗੀਰ ਉਦਾਸ ਹੋਇਆ ਹੈ। ਕਹਿ ਜਰਾਮ ਸੁਣੀਏ ਮਰਦਾਨਾ, ਕਿਉਂ ਤੁਮ ਚੱਲਣ ਚਾਹਿਓ ਹੈ। ਭਾਈਆ ਜੈ ਰਾਮ ਜੀ ਕਹਿੰਦੇ ਭਾਈ ਮਰਦਾਨਾ ਸੁਣ ਵੀ ਤੂੰ ਇੱਥੋਂ ਜਾਣਾ ਕਿਉਂ ਚਾਹੁੰਦਾ ਹੈ? ਸ੍ਰੀ ਨਾਨਕ ਕੋ ਬਹੁ ਹਿਤ, ਤੋ ਪਰ ਕੈਸੇ ਭਈ ਵਿਚਾਰਾ। ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਨਾਲ ਪਿਆਰ, ਤੇਰਾ ਪਿਆਰ ਉਹਨਾਂ ਨਾਲ ਬਚਪਨ ਦੇ ਸਾਥੀ ਇਕੱਠੇ ਖੇਡਦੇ, ਅੱਜ ਤੈਨੂੰ ਕੀ ਹੋ ਗਿਆ ਛੱਡ ਕੇ ਜਿਹੜਾ ਜਾ ਰਿਹਾ ਹੈ? ਰਹਿਓ ਸੰਗ ਨਾ ਕਰੋ ਪਿਆਨਾ, ਚਾਹੋ ਜਲਿਓ ਨਾ ਅਵਾਰਾ। ਹੁਣ ਦੇਖੋ ਇਉਂ ਗੱਲ, ਤੁਸੀਂ ਨਾਲ ਰਹੋ, ਜਾਓ ਨਾ ਇੱਥੋਂ। ਸਾਨੂੰ ਦੇਣ ਵਿੱਚ ਕੋਈ ਚੀਜ਼ ਤੈਨੂੰ ਦੇਰ ਹੀ ਨਹੀਂ ਲੱਗੇਗੀ। ਤੂੰ ਮੰਗ, ਕੀ ਮੰਗਦਾ, ਕੀ ਚਾਹੁੰਦਾ, ਕੀ ਇੰਤਜ਼ਾਮ ਕਰੀਏ ਤੇਰਾ, ਉਹੀ ਦੇ ਦਿਆਂਗੇ। ਸੁਨ ਜਰਾਮ ਤੈਨੂੰ ਸੰਗ ਨ ਨਿਭਾਇ, ਕਲਾਵਨ ਅਵਤਾਰਾ। ਭਾਈ ਮਰਦਾਨਾ ਜੀ ਬੋਲੇ ਸੁਣੋ ਭਾਈ ਜੈ ਰਾਮ ਜੀ ਸੁਣ ਲਓ ਮੇਰੀ ਗੱਲ। ਉਹ ਕਲਾਵਾਨ ਅਵਤਾਰ ਨੇ, ਮੈਂ ਸਧਾਰਨ ਜਿਹਾ ਬੰਦਾ, ਮੇਰੀ ਤੇ ਉਹਨਾਂ ਦੀ ਗੱਲ ਨਿਭ ਨਹੀਂ ਸਕਦੀ ਆਪਸ ਵਿੱਚ। ਲੱਗੀ ਸਮਾਧ 3 ਦਿਨ ਬੀਤੇ, ਹਾਥ ਨ ਆਏ ਆਹਾਰਾ। ਉਹ ਤਾਂ ਜਿਉਂ ਸਮਾਧੀ ਲਾ ਕੇ ਬੈਠੇ 3 ਦਿਨ 2 ਰਾਤਾਂ ਲੰਘੀਆਂ ਭਾਈ ਸਾਹਿਬ, ਮੇਰਾ ਤਾਂ ਭੁੱਖ ਨਾਲ ਬੁਰਾ ਹਾਲ ਹੋ ਗਿਆ। ਉੱਥੇ ਮੇਰੀ ਦਾਲ ਥੋੜੀ ਗਲਣੀ ਆ ਉਹਨਾਂ ਕੋਲੇ, ਨਾ ਉਹਨਾਂ ਨੂੰ ਭੁੱਖ ਨਾ ਉਹਨਾਂ ਨੂੰ ਪਿਆਸ। ਮੈਂ ਤਾਂ ਉੱਥੇ ਬਹੁਤ ਤਕਲੀਫ 'ਚ ਹੋ ਗਿਆ ਸੀ। ਤਿਨ ਕੋ ਭੁੱਖ ਪਿਆਸ ਨ ਕਬ ਹੋ ਭੋਜਨ ਨਿਤ ਚਾਹੋ। ਉਹਨਾਂ ਨੂੰ ਭੁੱਖ ਪਿਆਸ ਲੱਗਦੀ ਨਹੀਂ, ਮੈਂ ਤਾਂ ਆਮ ਜਿਹਾ ਬੰਦਾ, ਮੈਂ ਤਾਂ ਰੋਜ਼ ਰੋਟੀ ਚਾਹੁੰਦਾ ਖਾਣ ਨੂੰ, ਬਸ ਹੋਰ ਮੈਨੂੰ ਕੋਈ ਤਕਲੀਫ ਨਹੀਂ ਹੈ।
ਨਗਰ ਮਦ ਮੁਝ ਨਹੀਂ ਸੰਦੇਹਾ ਕਾਨਨ ਕਹਤੇ ਖਾਹੋ। ਹਾਂ, ਜੇ ਇੱਥੇ ਨਗਰ ਦੇ ਵਿੱਚ ਉਹ ਰਹਿ ਪੈਣ ਤਾਂ ਇੱਥੇ ਡੇਰਾ ਬਣਾ ਲੈਣਾ ਆਪਣਾ, ਕੋਈ ਘਰ ਘਾਟ 'ਚ ਰਹਿਣ ਆ ਕੇ। ਚਲੋ ਬੰਦਾ ਰੋਟੀ ਪਾਣੀ ਤਾਂ ਖਾਂਦਾ, ਤੇ ਨਾਲੇ ਬੈਠੇ ਵੀ ਜੰਗਲ 'ਚ ਆ। ਉੱਥੇ ਜੰਗਲ ਦੇ ਵਿੱਚ ਨਾ ਕੋਈ ਸੌਣ ਨੂੰ ਥਾਂ, ਸ਼ੇਰ ਬਘੇਰੇ ਚੀਤੇ, ਕੋਈ ਸੱਪ ਸਰੂੰਡੀ ਲੜ ਜੇ ਤਾਂ, ਕੋਈ ਰੋਟੀ ਪਾਣੀ ਦਾ ਇੰਤਜ਼ਾਮ ਨਹੀਂ। ਇਸ ਕਰਕੇ ਮੈਨੂੰ ਥੋੜਾ ਡਰ ਵੀ ਲੱਗਦਾ ਹੈ। ਮਰਹੇ ਸੰਦ ਸੁਨੀਏ ਮਰਦਾਨਾ ਘਰ ਗੁਜਰਾਨਾ ਜੇ ਵਿਦ ਹੋਏ ਤੁਮਾਰ। ਭਾਈ ਜੈ ਰਾਮ ਜੀ ਕਹਿਣ ਲੱਗੇ, ਮਰਦਾਨਾ ਸੁਣ, ਤੇਰਾ ਗੁਜ਼ਾਰਾ ਕਰ ਦਿਆਂਗੇ, ਜਿਸ ਤਰ੍ਹਾਂ ਵੀ ਹੋਏਗਾ ਸਾਰਾ ਇੰਤਜ਼ਾਮ ਕਰਾਂਗੇ। ਰਹਪੁਰ ਸੁਲਤਾਨਾ ਕਰ ਘਰ ਖਾਨਾ ਦੋਨੋਂ ਕਾਲ ਆਹਾਰ। ਤੂੰ ਸੁਲਤਾਨਪੁਰ ਸਾਹਿਬ ਰਹਿ, ਤੂੰ ਮਹਾਰਾਜ ਦੇ ਕੋਲ ਰਹਿ, ਸਵੇਰੇ ਆ ਜਾ ਕਰ, ਰੋਟੀ ਖਾ ਜਾ ਕਰ, ਠੀਕ ਹੈ। ਫਿਰ ਆਪਣੀ ਰੋਟੀ ਨਾਲ ਲੈ ਜਾ, ਤੇਰਾ ਜੀ ਕਰੇ ਸ਼ਾਮ ਨੂੰ ਫੇਰ ਖਾ ਜਾ ਆ ਕੇ। ਤੈਨੂੰ ਕੋਈ ਐਸਾ ਮਨਾ ਕਰਦੇ ਰੋਟੀ ਤੋਂ? ਇਸ ਕਰਕੇ ਇੱਥੇ ਆ ਕੇ ਰੋਟੀ ਖਾ ਕੇ ਜਾਇਆ ਕਰ। ਜੇ ਗਮਨ ਹੋ ਆਨਾ ਲਿਹੋ ਧਨ ਪਾਨਾ ਕਰ ਖਰੀਦ ਤਹ ਖਾਓ। ਜੇ ਤੂੰ ਹੋਰ ਥਾਂ ਜਾਣਾ ਫਿਰ ਤੂੰ ਪੈਸੇ ਲੈ ਲੈ, ਵਾਹਵਾ ਸਾਰੇ ਪੈਸੇ, ਥੈਲੀ ਭਰ ਕੇ ਪੈਸਿਆਂ ਤੈਨੂੰ 500-400 ਰੁਪਈਆ ਦੇ ਦਿੰਦੇ ਆ। ਜਿੱਥੇ ਤੇਰਾ ਜੀ ਕਰੇ ਉੱਥੇ ਖਰੀਦ ਕੇ ਖਾ ਲਈ, ਇਹੀ ਕਰ ਸਕਦੇ ਤੇਰਾ ਇੰਤਜ਼ਾਮ। ਨਾ ਕਰਿਓ ਪਿਆਨਾ ਰਹੋ ਇਹ ਥਾਨਾ ਨਾਨਕ ਟਿਗ ਹਰ ਖਾਓ। ਨਾ ਜਾ ਤੂੰ ਵਾਪਸ, ਤਲਵੰਡੀ ਨੂੰ ਨਹੀਂ ਜਾਣਾ ਹੈ, ਤੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਰਹਿਣਾ ਹੈ। ਤੇ ਜਿੱਥੇ ਤੇਰਾ ਜੀ ਕਰੇ ਉੱਥੇ ਖੁਸ਼ ਹੋ ਕੇ ਨਾਲ ਰਹਿ, ਪੈਸਾ ਲੈ, ਰੋਟੀ ਲੈ, ਜੋ ਤੇਰਾ ਜੀ ਕਰਦਾ ਲੈ ਸਾਤੋਂ। ਸੁਣ ਕਰ ਮਰਦਾਨਾ ਉਰ ਹਰ ਖਾਨਾ ਕੀਨੋ ਰਹਿਣ ਵਿਚਾਰ। ਸੁਣ ਕੇ ਭਾਈ ਮਰਦਾਨਾ ਬੜਾ ਖੁਸ਼ ਹੋਇਆ, ਰਹਿਣ ਦੀ ਵਿਚਾਰ ਕਰ ਲਈ। ਮੁਖ ਬਚਨ ਬਖਾਨਾ ਤੁਮ ਕਹਿ ਮਾਨਾ ਜਾਓ ਨਾ ਮੈਂ ਆਗਾਰ। ਕਹਿੰਦੇ ਹੁਣ ਮੁਖ ਚੋਂ ਜਿਹੜਾ ਤੁਸੀਂ ਬਚਨ ਕਿਹਾ ਠੀਕ ਹੈ, ਤੁਮ ਕਿਹਾ ਮੈਂ ਮੰਨ ਲਿਆ, ਮੈਂ ਆਪਣੇ ਆਗਾਰ ਹੁੰਦਾ ਘਰ, ਮੈਂ ਆਪਣੇ ਘਰ ਨਹੀਂ ਜਾਵਾਂਗਾ। ਹੋਏ ਪੁਨ ਰਹਿਣਾ ਰਹਿਓ ਸੁਹੈਨਾ ਖੁਸ਼ੀ ਨਾਨਕੇ ਭੂਰਾ। ਰਾਤ ਹੋ ਗਈ, ਉੱਥੇ ਘਰ ਰਿਹਾ ਖੁਸ਼ੀ ਦੇ ਨਾਲ। ਬੇਬੇ ਨਾਨਕੀ ਜੀ ਬਹੁਤ ਖੁਸ਼ ਹੋ ਗਏ। ਜਿਉ ਹੋਏ ਰੁਕ ਗ੍ਰਹਿ ਨਰ ਜਾਵਹਿ ਤਿਹ ਟਰ ਤਿਉ ਉਰ ਪੀਵਾਂ ਦੂਰ। ਸੋ ਇਸ ਤਰੀਕੇ ਨਾਲ, ਜਿਸ ਢੰਗ ਦੇ ਨਾਲ ਕਹਿੰਦੇ ਹਨ ਕਿ ਜਿਕਣ ਹੋਵੇ ਰੋਕ ਗ੍ਰਹਿ ਦੀ ਕਿਸੇ ਮਨੁੱਖ ਨੂੰ ਤੇ ਉਹ ਟਲ ਜਾਵੇ। ਕਹਿੰਦੇ ਮਾਨੋ ਬੇਬੇ ਨਾਨਕੀ ਕਹਿੰਦੀ ਸ਼ੁਕਰ ਹੈ ਇਹ ਦੁੱਖ ਤਾਂ ਮੇਰਾ ਟਲ ਗਿਆ, ਭਈ ਹੁਣ ਮੇਰੇ ਵੀਰ ਕੋਲ ਭਾਈ ਮਰਦਾਨਾ ਸੇਵਾ ਕਰੇਗਾ ਰਹਿ ਕੇ। ਛੰਦ ਹੋਰ ਭਏ ਮਰਦਾਨਾ ਬੋਲਿਓ ਜਾਵੋ ਨਾਨਕ ਪਾਸੇ। ਸਵੇਰ ਹੁੰਦਿਆਂ ਸਾਰ ਭਾਈ ਮਰਦਾਨਾ ਬੋਲਿਆ, ਅੱਛਾ ਜੀ ਮੈਂ ਤਾਂ ਫਿਰ ਗੁਰੂ ਨਾਨਕ ਦੇਵ ਜੀ ਕੋਲ ਚੱਲਦਾ ਹਾਂ। ਭੋਜਨ ਕਰ ਤਿਆਰ ਤੁਝ ਦੇਵ ਹੈ ਖਾਏ ਜਾਹੋਂ ਸ਼ੁੱਧ ਨਾਸੇ। ਅੱਛਾ ਤੈਨੂੰ ਭੋਜਨ ਤਿਆਰ ਕਰਕੇ ਦੇ ਦਿੰਦੇ ਆ, ਛਕ ਕੇ ਜਾ ਭੋਜਨ, ਜਿਸ ਕਰਕੇ ਤੇਰੀ ਜਿਹੜੀ ਭੁੱਖ ਹੈ ਉਹ ਦੂਰ ਹੋ ਜਾਵੇਗੀ। ਮਾਨ ਬਚਨ ਮੁਖ ਅਚਾਇਓ ਆਹਾਰਾ ਗਵਨ ਭਇਓ ਤਿਆਰੀ। ਬਚਨ ਮੰਨ ਕੇ ਪ੍ਰਸ਼ਾਦਾ ਛਕ ਲਿਆ, ਫਿਰ ਤਿਆਰੀ ਕਰਕੇ ਚਲੇ ਗਏ। ਘਰ ਕੋ ਚੀਰ ਜਰਾਮ ਦਿਓ ਤਬ ਪਹਿਰਿਓ ਹਰਖਤ ਭਾਰੇ। ਗਲ ਦੇ ਕੱਪੜੇ ਜਿਹੜੇ ਬੜੇ ਕੀਮਤੀ ਸੀ ਭਾਈਆ ਜੈ ਰਾਮ ਨੇ ਭਾਈ ਮਰਦਾਨੇ ਨੂੰ ਦੇ ਦਿੱਤੇ। ਲੈ ਫੜ ਕੱਪੜੇ ਲੈ, ਉੱਤੇ ਲੈਣ ਨੂੰ ਵੀ ਲੈ ਲੈ, ਚਾਦਰਾ ਕੋਈ ਖੇਸ ਆ, ਆਹਾ ਮੇਰੇ ਕੱਪੜੇ ਲੈੜੇ ਕੀਮਤੀ ਆ, ਇਹ ਸਾਰੇ ਲੈ ਜਾ। ਤੂੰ ਇਉਂ ਨਾ ਕਹਿ ਵੀ ਕੱਪੜੇ ਲੀੜੇ ਦੀ ਕੋਈ ਕਮੀ ਹੋਵੇਗੀ, ਰਾਤ ਨੂੰ ਕੀ ਲਾਉਂਗਾ, ਠੰਡ ਤੋਂ ਕਿਵੇਂ ਬਚੂੰ, ਗਰਮੀ ਤੋਂ ਕੀ ਹੋਊਗਾ, ਸਾਰਾ ਇੰਤਜ਼ਾਮ ਤੇਰਾ ਅਸੀਂ ਕਰਾਂਗੇ। 20 ਰਜਤ ਪਨ ਦੀਨੈ ਬਹਰੋ ਭੰਤ ਨਾਨਕੇ ਬੈਨਾ। 20 ਰੁਪਈਏ ਬੇਬੇ ਨਾਨਕੀ ਨੇ ਦਿੱਤੇ। ਫਿਰ ਇਸ ਤਰ੍ਹਾਂ ਬਚਨ ਕਿਹਾ, ਸਦਨ ਆਨ ਮੁਝ ਦਰਸ਼ਨ ਦੀਜੈ ਭਨਿਓ ਬਿਨੈ ਗੁਣ ਐਨਾ। ਬਸ ਇੱਕ ਬੇਨਤੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਰਦੀ ਵੀਰ ਦੇ ਕਿ ਬੇਬੇ ਨੂੰ ਘਰੇ ਦਰਸ਼ਨ ਦੇ ਦਿਓ, ਬੇਬੇ ਯਾਦ ਕਰਦੀ ਹੈ। ਅਦਕ ਲਾਲਸਾ ਹਿਰਦੇ ਲਖ ਕਰ ਦਇਆ ਧਾਰ ਕਰ ਆਵੈ। ਬਹੁਤਾ ਜ਼ਿਆਦੇ ਮੇਰੇ ਲਾਲਸਾ ਮਨ ਦੇ ਅੰਦਰ ਗੁਰੂ ਨਾਨਕ ਦੇਵ ਜੀ ਆ ਕੇ ਮੈਨੂੰ ਘਰੇ ਆ ਕੇ ਦਰਸ਼ਨ ਦੇ ਜਾਣ ਦਇਆ ਕਰਕੇ। ਜਾਹੋ ਅਬਹਿ ਮਰਦਾਨਾ ਤਿਨ ਢਿਗ ਅਨੰਤ ਥਾਨ ਨਹਿ ਜਾਵੈ। ਮਰਦਾਨਾ ਜਾ ਬਈ ਹੁਣ ਉਹਨਾਂ ਦੇ ਕੋਲ ਜਾਈ, ਗੁਰੂ ਨਾਨਕ ਦੇਵ ਮਹਾਰਾਜ ਕੋਲੇ। ਇਹ ਨਾ ਕਿ ਤੂੰ ਹੋਰ ਹੀ ਚਲਿਆ ਜਾਵੇਂ, ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਹੁਣ। ਕੰਦੇ ਧਰ ਰਬਾਬ ਕੋ ਗਮਨਿਓ ਸ੍ਰੀ ਗੁਰ ਢਿਗ ਤਵ ਆਇਓ। ਮੋਢੇ ਉੱਤੇ ਰਬਾਬ ਰੱਖ ਕੇ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਕੋਲ ਆ ਗਏ। ਬੰਧਨ ਕਰ ਵੈਸਿਓ ਗੁਰ ਬੋਲੇ ਕਿਉਂ ਰਬਾਬ ਪੁਨ ਲਿਆਇਓ। ਮੱਥਾ ਟੇਕ ਕਰਕੇ ਬੈਠ ਗਿਆ ਕੋਲ। ਮਹਾਰਾਜ ਬੋਲੇ
ਤੂੰ ਹੁਣ ਰਬਾਬ ਕਿਉਂ ਲੈ ਕੇ ਆਇਆ ਮੇਰੇ ਕੋਲ? ਜਦ ਇੱਕ ਵਾਰ ਆਗਿਆ ਲੈ ਕੇ ਛੁੱਟੀ ਲੈ ਕੇ ਚਲਿਆ ਗਿਆ ਪਿੰਡ ਨੂੰ, ਤਾਂ ਹੁਣ ਰਬਾਬ ਕਿਉਂ ਲੈ ਕੇ ਆਇਆ ਮੇਰੇ ਕੋਲੇ? ਕਹਾਂ ਗਇਓ ਮੈਂ ਧਰਨ ਜਵੈ ਤਹੈ ਭਗਨੀ ਮਨ ਅਨਰਾਗਾ। ਸੋ ਇਸ ਕਰਕੇ ਕਹਿਣ ਲੱਗਿਆ, ਮੈਂ ਜਦੋਂ ਘਰੇ ਗਿਆ ਜੀ, ਮੈਂ ਤਾਂ ਗਿਆ ਸੀ ਰਬਾਬ ਰੱਖ ਕੇ ਪਿੰਡ ਜਾਣ ਲਈ, ਪਰ ਬੇਬੇ ਜੀ ਬਹੁਤੇ ਪਿਆਰ ਵਿੱਚ ਆ ਕੇ ਨਾ ਬਰਾਗ ਕਰਨ ਲੱਗੇ। ਮਮ ਜਾਵਨ ਕੀ ਬਾਤ ਸੁਣੀ ਤਨ ਕੀਨੋ ਵੱਡ ਵੈਰਾਗਾ। ਬਹੁਤਾ ਪਿਆਰ ਜੋ ਤੁਹਾਡੇ ਨਾਲ ਕਰਦੇ ਨੇ, ਫਿਰ ਬਰਾਗ ਵਿੱਚ ਆ ਗਏ ਜਦੋਂ ਮੈਂ ਕਹੀ ਕਿ ਮੈਂ ਜਾਣਾ ਤਲਵੰਡੀ। ਆਨ ਜਰਾਮ ਭਨੇ ਮੁਖ ਬਚਨਾ ਜਬ ਲਿਓ ਪੁਰ ਸੁਲਤਾਨਾ। ਭਾਈਆ ਜੈ ਰਾਮ ਜੀ ਨੇ ਵੀ ਦੇਖੋ ਜੀ ਮੈਨੂੰ ਬਚਨ ਕਿਹਾ ਵੀ ਜਦ ਤੱਕ ਸੁਲਤਾਨਪੁਰ ਸਾਹਿਬ ਹਨ ਤਬ ਲੋ ਭੋਜਨ ਖਾਵੋ ਹਮ ਘਰ ਪੁਨ ਦੇ ਖਰਚੀ ਪਾਨਾ। ਫਿਰ ਭਾਈਆ ਜੈ ਰਾਮ ਨੇ ਕਿਹਾ ਜਦ ਤੱਕ ਸੁਲਤਾਨਪੁਰ ਸਾਹਿਬ ਹੈ ਉਦੋਂ ਤੱਕ ਤੁਸੀਂ ਇੱਥੇ ਘਰੇ ਆ ਕੇ ਰੋਟੀ ਖਾ ਕੇ ਜਾਇਆ ਕਰੋ। ਆ ਮੈਨੂੰ 20 ਰੁਪਏ ਵੀ ਨਾਲ ਦਿੱਤੇ ਹਨ। ਇਸ ਕਾਰ ਖਿਕ ਘਰ ਕੋ ਅੰਬਰ ਦੈ ਕਰ ਮੁਝੈ ਪਠਾਇਆ। ਆ ਦੇਖੋ ਜੀ 20 ਰੁਪਏ ਦਿੱਤੇ ਨੇ, ਆਪਣੇ ਗਲ ਦੇ ਬਸਤਰ ਵੀ ਸੋਹਣੇ ਦਿੱਤੇ ਨੇ, ਹੁਣ ਮੈਨੂੰ ਤੁਹਾਡੇ ਕੋਲ ਭੇਜ ਦਿੱਤਾ ਹੈ। ਪੁਨ ਭਗਨੀ ਭਾਨਹ ਆਨ ਸਦਨ ਮੁਝ ਦੇਹੋ ਦਰਸ਼ਨ ਕਰ ਦਾਇਆ। ਦਇਆ ਕਰਕੇ ਦਰਸ਼ਨ ਦੇ ਦਿਓ, ਇਹ ਭੈਣ ਜੀ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਹੈ। ਕਹਾਂ ਕਿਆ ਕੀਨੋ ਤੈ ਇਹ ਕੋ ਕਾਮਾ ਅੰਤਰ ਡੂਮ ਸੁਭਾਏ। ਓੜਕ ਨੂੰ ਡੂਮ ਹੀ ਨਿਕਲਿਆ ਤੂੰ ਮਰਦਾਨਿਆ, ਇਹ ਤੂੰ ਕੀ ਕੀਤਾ? ਪੁੱਠੇ ਕੰਮ ਕਰਨ ਲੱਗ ਜਾਂਦਾ, ਭੈਣ ਜੀ ਹੁਣਾਂ ਤੋਂ ਪੈਸੇ ਲਈ ਜਾਂਦਾ, ਔਰ ਨਾਲੇ ਤੂੰ ਕੱਪੜੇ ਲਈ ਜਾਂਦਾ, ਨਾਲੇ ਤੂੰ ਸਾਰੀਆਂ ਗੱਲਾਂ ਉੱਥੇ ਜਾ ਕੇ ਦੱਸਦਾ। ਆਗਿਆ ਤਨ ਪਾਲਣ ਸਿਰੇ ਚੰਦਾ ਪੁਨ ਜਾਚੇ ਤੁਮ ਜਾਏ। ਉਹ ਅੱਗੇ ਸ਼੍ਰੀ ਚੰਦ ਜੀ ਨੂੰ ਪਾ ਰਹੇ, ਉੱਥੇ ਉਹਨਾਂ ਦਾ ਖਰਚਾ ਹੁੰਦਾ ਹੈ, ਹੋਰ ਖਰਚੇ ਸਾਰੇ ਉਹ ਕਰਦੇ ਨੇ। ਹੁਣ ਤੂੰ ਜਾ ਕੇ ਮਰਾਸੀਆਂ ਨੂੰ ਫੇਰ ਉੱਥੇ ਮੰਗਣ ਲੱਗ ਪਿਆ ਘਰੋਂ। ਭਲੋ ਕਾਜ ਕੀਨੋ ਇਹ ਨਾਹੀ ਲਾਲਚ ਕਰ ਧਨ ਆਨਾ। ਇਹ ਕੰਮ ਤੂੰ ਚੰਗਾ ਨਹੀਂ ਕੀਤਾ ਲਾਲਚ ਕਰਕੇ, ਕਿਉਂਕਿ ਉਦੋਂ 20 ਰੁਪਏ ਬੜੇ ਜ਼ਿਆਦਾ ਸੀ। ਇਸ ਕਰਕੇ 1 ਪੈਸੇ ਦਾ ਕਿਲੋ ਦੁੱਧ, 1 ਪੈਸੇ ਦਾ ਉਸ ਵਕਤ ਗੁੜ, 1 ਪੈਸੇ ਦਾ ਸ਼ੇਰ ਘਿਓ ਬਹੁਤ ਵੱਡੀ ਚੀਜ਼ ਸੀ ਉਸ ਵਕਤ। 20 ਰੁਪਏ ਤਾਂ ਕਹਿੰਦੇ ਹਨ। ਜਾਹੋ ਸ਼ਬਦ ਮੁਰ ਮੋਰ ਸੋ ਦੀਜੈ ਨਹਿ ਰੱਖੋ ਨਿਜ ਪਾਨਾ। ਚੱਲ ਜਾ ਵਾਪਸ ਕਰਕੇ ਆ, ਹੁਣ ਪੈਸੇ ਇੱਥੇ ਨਹੀਂ ਲੈ ਕੇ ਆਉਣੇ ਮੇਰੇ ਕੋਲੇ, ਨਾ ਆਪਾਂ ਕੋਲ ਰੱਖਣੇ, ਨਾ ਇਹ ਕੱਪੜੇ ਲੀੜੇ ਜੇ, ਐਵੇਂ ਜਾ ਕੇ ਉਹ ਛੇਤੀ ਜਾ ਕੇ ਮੋੜ ਕੇ ਆ ਹੁਣੇ ਹੀ ਸਾਰੀਆਂ ਚੀਜ਼ਾਂ। ਸੁਨ ਨਾਨਕੇ ਜੇ ਕੋਰ ਨ ਕਹਿਓ ਨਹਿ ਜਾਚੇ ਮੈਂ ਜਾਏ। ਸੁਣੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਮੈਂ ਝੂਠ ਨਹੀਂ ਕਹਿੰਦਾ ਜੀ, ਮੈਂ ਨਹੀਂ ਮੰਗੇ ਹੈਗੇ, ਉਹ ਤਾਂ ਆਪੇ ਹੀ ਦਿੱਤੇ ਉਹਨਾਂ ਨੇ ਮੈਨੂੰ। ਦਇ ਆਪ ਤਨ ਹਿਤ ਕਰ ਹਿਰਦਾ ਤਬ ਲੈ ਕਰ ਹੋ ਆਏ। ਉਹਨਾਂ ਨੇ ਤਾਂ ਦਿਲ ਦੇ ਪਿਆਰ ਨਾਲ ਮੈਨੂੰ ਦਿੱਤੇ ਨੇ ਵੀ ਵੀਰ ਜੀ ਦੇ ਕੋਲ ਰਹਿਣਾ। ਮੈਂ ਕੋਈ ਆਪ ਥੋੜੀ ਲੈ ਕੇ ਆਇਆ ਮੰਗੇ, ਮੈਂ ਮੰਗੇ ਨਹੀਂ ਗਏ ਜੀ, ਮੈਂ ਸੱਚ ਕਹਿਣਾ, ਉਹ ਤਾਂ ਮੈਨੂੰ ਆਪ ਹੀ ਦਿੱਤੇ ਉਹਨਾਂ ਨੇ। ਅਬ ਜਿਹੇ ਵਿਦ ਤੁਮ ਬਦਨ ਬਦਹੋਗੇ ਤਸ ਵਿਦ ਮੈਂ ਅਨੁਸਾਰਾ। ਉਹ ਉਹਨਾਂ ਨੇ ਦਿੱਤੇ ਨੇ, ਉਹਨਾਂ ਦਾ ਬਚਨ ਮੰਨ ਲਿਆ। ਹੁਣ ਤੁਸੀਂ ਆਖੋਗੇ ਵੀ ਮੋੜਿਆ, ਤੇ ਤੁਹਾਡਾ ਬਚਨ ਮੰਨ ਲੈਣਾ। ਮੈਂ ਵਾਪਸ ਘਰ ਜਾ ਕੇ ਸਾਰੇ ਪੈਸੇ ਮੋੜ ਆਉਂਦਾ ਹਾਂ। ਤੁਸੀਂ ਮਹਾਰਾਜ ਜੀ ਨਾਰਾਜ਼ ਨਾ ਹੋਇਓ ਜੀ। ਜਿਉ ਤੁਮ ਸੰਗ ਹੋਏ ਨਿਰਭਵ ਹੈ ਤੈਸੇ ਕਰੋ ਵਿਚਾਰਾ। ਸੋ ਜਿਸ ਤਰੀਕੇ ਨਾਲ ਤੁਹਾਡੇ ਨਾਲ ਮੇਰਾ ਨਿਰਭਾ ਹੋ ਜਾਵੇਗਾ, ਉਸ ਤਰੀਕੇ ਦਾ ਹੀ ਵਿਚਾਰ ਕਰਾਂਗਾ। ਕਹਿ ਸ੍ਰੀ ਗੁਰੂ ਨਰ ਆਸ ਨ ਰਖਿਏ ਬਹੁ ਵਿਕਾਰ ਇਸ ਮਾਹੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਬੰਦਿਆਂ ਤੇ ਆਸ ਨਹੀਂ ਰੱਖੀ ਦੀ, ਇਹਨਾਂ ਗੱਲਾਂ 'ਚ ਬਹੁਤ ਵਿਕਾਰ ਹੁੰਦੇ ਨੇ, ਤੈਨੂੰ ਕੀ ਪਤਾ ਫਿਰ ਲੈਣੇ ਦੇਣੇ ਦੇ ਚੱਕਰ ਖੜੇ ਹੋ ਜਾਂਦੇ ਨੇ, ਇਸ ਕਰਕੇ ਮੰਗੀ ਦਾ ਨਹੀਂ ਬੰਦਿਆਂ ਤੋਂ। ਤ੍ਰਿਸ਼ਨਾ ਅਦਕ ਹੋਏ ਨਹਿ ਤ੍ਰਿਪਤੈ ਬਹੁਰ ਬਹੁਰ ਪਰਮਾਹੀ। ਕਿਉਂਕਿ ਬੰਦੇ ਦੇ ਮਨ ਦੇ ਅੰਦਰ ਬਹੁਤੀ ਫਿਰ ਤ੍ਰਿਸ਼ਨਾ ਵੱਧਦੀ ਜਾਂਦੀ। ਅੱਜ 20 ਲਿਆਇਆ, ਕੱਲ 40 ਮੰਗੇਗਾ, ਇਹ ਕਹੇਗਾ 100 ਦੇ ਦਿਓ, ਤੂੰ ਕਿਹੜਾ ਰੱਜਣਾ, ਫਿਰ ਮੁੜ ਮੁੜ ਕੇ ਭਰਮਦਾ ਫਿਰੇਗਾ। ਇੱਕ ਜਾਤ ਦੂਜਾ ਟਿਕ ਜਾਵ ਹੈ ਪੁਨ ਤੀਸਰ ਪਹਿ ਦੀਨਾ। ਇੱਕ ਤੋਂ ਮੰਗਿਆ ਫਿਰ ਦੂਜੇ ਕੋਲ, ਫਿਰ ਬੰਦਾ ਤੀਜੇ ਕੋਲ। ਮੰਗਤਿਆਂ ਵਾਲੀ ਆਦਤ ਪਾਉਣੀ ਤੂੰ। 20 ਰੁਪਏ ਬੇਬੇ ਨੇ ਦੇਤੇ, 20 ਰੁਪਏ ਭਾਈਏ ਤੋਂ ਮੰਗੇਗਾ ਜੈ ਰਾਮ ਤੋਂ, ਕੱਲ ਨੂੰ ਉਹਦੇ ਪਿਤਾ ਜੀ ਤੋਂ ਮੰਗੇ 20 ਰੁਪਏ, ਫਿਰ ਹੋਰ ਕੋਈ ਕਹਿ ਦੂ ਮੈਥੋਂ 10 ਲੈ ਜਾ। ਆਪਾਂ ਐ ਕਿਤੇ ਪੈਸੇ ਇਕੱਠੇ ਕਰਨੇ ਆ, ਆਪਾਂ ਨਹੀਂ ਕਿਸੇ ਤੋਂ ਪੈਸੇ ਮੰਗਣੇ, ਜਾ ਕੇ ਪੈਸੇ ਵਾਪਸ ਕਰਕੇ ਆ। ਚਤੁਰਥ ਤੇ ਜਾਚੇ ਹੋਏ ਆਤਰ ਤ੍ਰਿਸ਼ਨਾ ਕੀਨ ਅਧੀਨਾ। ਬੰਦਾ ਤ੍ਰਿਸ਼ਨਾ ਦੇ ਅਧੀਨ ਹੋ ਜਾਂਦਾ। ਇੱਕ ਵਾਰੀ ਮੰਗਣ ਦੀ ਆਦਤ ਪੈ ਜੇ, ਫਿਰ ਚੌਥੇ ਤੋਂ, ਪੰਜਵੇਂ ਤੋਂ, ਛੇਵੇਂ ਤੋਂ ਮੰਗਦਾ ਹੀ ਤੁਰਿਆ ਜਾਂਦਾ। ਇਸ ਕਰਕੇ ਆਪਾਂ ਨਹੀਂ ਮੰਗਤੇ ਬਣਨਾ ਹੈ। ਇੱਕ ਆਸ ਰੱਖੋ ਅਵਿਨਾਸੀ ਤ੍ਰਿਸ਼ਨਾ ਨਾ ਸਹਿਆਨਾ। ਬਸ ਇੱਕ ਵਾਹਿਗੁਰੂ ਤੇ ਆਸ ਰੱਖ, ਅਵਿਨਾਸੀ ਪਰਮੇਸ਼ਰ ਤੇ ਆਸ ਰੱਖ। ਵਾਹਿਗੁਰੂ ਦੇਵੇਗਾ ਤਾਂ ਖਾ ਲਾਂਗੇ,
ਨਹੀਂ ਦਵੇਗਾ ਭੁੱਖੇ ਰੱਖੇਗਾ, ਕੋਈ ਨਹੀਂ, ਭੁੱਖੇ ਰਹਿ ਲਾਂਗੇ। ਆਪਾਂ ਕਿਸੇ ਬੰਦੇ ਤੇ ਆਸ ਨਹੀਂ ਰੱਖਣੀ। ਜੇ ਵਾਹਿਗੁਰੂ ਤੇ ਆਸ ਰੱਖਾਂਗੇ ਤਾਂ ਤ੍ਰਿਸ਼ਨਾ ਨਾਸ ਹੁੰਦੀ ਬੰਦੇ ਦੀ। ਜਹ ਜਹ ਹੋਏ ਪਹੁੰਚਾਵ ਹੈ, ਤਹ ਤਹ ਕੀਟ ਮਦ ਪਾਖਾਨਾ। ਪੱਥਰ ਵਿੱਚ ਵਸਦੇ ਕੀੜੇ ਨੂੰ ਵੀ ਤਾਂ ਰੋਟੀ ਦਿੰਦਾ ਹੀ ਆ ਰੱਬ। ਇਸ ਕਰਕੇ ਜਿੱਥੇ ਜਿੱਥੇ ਪਹੁੰਚਾਉਂਦਾ ਰੋਟੀ, ਹਰੇਕ ਜਗ੍ਹਾ ਪਹੁੰਚਾਉਂਦਾ। ਜਿੱਥੇ ਕੋਈ ਕੀੜਾ ਬੈਠਾ, ਮਕੌੜਾ ਬੈਠਾ, ਕਿਰਮ ਬੈਠਾ, ਸਭ ਨੂੰ ਰੋਟੀ ਦਿੰਦਾ। ਆਪਾਂ ਫੇਰ ਬੰਦੇ ਆ, ਰੋਟੀ ਦਵੇਗਾ ਕਰਤਾਰ। ਉਦਰ ਵੇਖੇ ਪ੍ਰਤਪਾਲ ਹੈ ਜੋ ਜਨਮਤ ਦੇਹ ਆਹਾਰਾ। ਮਾਤਾ ਦੇ ਉਦਰ ਵਿੱਚ ਬੱਚੇ ਦੀ ਪਾਲਣਾ ਨਹੀਂ ਕਰਦਾ। ਉੱਥੇ ਬੱਚਾ ਕੀ ਤੋਂ ਮੰਗਦਾ, ਕਿੱਥੋਂ ਰੋਟੀ ਆਉਂਦੀ, ਕਿਹੜੀ ਕਮਾਈ ਕਰਦਾ, ਕਿਹੜੀ ਉੱਥੇ ਨੌਕਰੀ ਕਰਦਾ ਹੁੰਦਾ ਬੱਚਾ, ਉੱਥੇ ਨਹੀਂ ਦਿੰਦਾ ਰੋਟੀ ਪ੍ਰਮਾਤਮਾ। ਉਹ ਐਵੇਂ ਰੋਟੀ ਦੇ ਮਗਰ ਪਿਆ, ਮੈਨੂੰ ਭੁੱਖ ਲੱਗੀ ਹੋਈ ਆ। ਪੂਰਵ ਆਸਨ ਮਹਿ ਕੁਛ ਨਾਹੀ, ਪੁਨ ਪੈ ਪਸਮਤ ਧਾਰਾ। ਦੇਖ, ਜਦੋਂ ਬਾਲਕ ਨੇ ਜਨਮ ਲੈਣਾ ਹੁੰਦਾ, ਲੈਣ ਤੋਂ ਪਹਿਲਾਂ ਸੋ ਮਾਤਾ ਨੂੰ ਦੁੱਧ ਨਹੀਂ ਉਤਰਦਾ ਹੈ। ਪਰ ਜਦੋਂ ਬਾਲਕ ਜਨਮ ਲੈ ਲੈਂਦਾ, ਉਸੇ ਵਕਤ ਜਿਹੜਾ ਬੱਚਾ ਹੈ ਉਹਨੂੰ ਦੇਖੋ ਮਾਤਾ ਦੁੱਧ ਪਿਆਉਣ ਲੱਗ ਜਾਂਦੀ। ਇਹ ਕਿੱਥੋਂ ਆ ਜਾਂਦਾ? ਇਹ ਰੱਬ ਨੇ ਬਣਾਇਆ ਸਾਰਾ ਢੰਗ ਤਰੀਕਾ। ਪ੍ਰਮਾਤਮਾ ਬੱਚੇ ਨੂੰ ਦੁੱਧ ਦਿੰਦਾ, ਸਿਆਣੇ ਨੂੰ ਰੋਟੀ ਦਿੰਦਾ, ਸਭ ਕੁਝ ਦਿੰਦਾ। ਵਾਹਿਗੁਰੂ ਤੇ ਭਰੋਸਾ ਕਰ। ਇਹ ਬਦਲਹ ਕਰ ਅਸਰ ਉਰ ਕਰ ਧਰ ਸੰਤੋਖ ਸਦਾਏ। ਇਸ ਤਰ੍ਹਾਂ ਆਪਣੇ ਆਪ ਨੂੰ ਇੱਕ ਜਗ੍ਹਾ ਟਿਕਾ, ਆਪਣੇ ਮਨ ਨੂੰ ਟਿਕਾ, ਮਨ ਦੇ ਅੰਦਰ ਸੰਤੋਖ ਧਰ ਕੇ ਰਹਿ ਮੇਰੇ ਨਾਲ। ਜਲ ਥਲ ਗਿਰ ਨਭਹੁ ਤਾਂਬਰ ਧਰ ਅਹੈ, ਜਹ ਲਗ ਚਰ ਅਚਰਾਏ। ਹੁਣ ਤੂੰ ਇਹ ਦੇਖ, ਪਾਣੀ ਵਿੱਚ ਹੈ, ਥਲਾਂ ਦੇ ਵਿੱਚ ਹੈ, ਪਹਾੜਾਂ ਦੇ ਵਿੱਚ ਹੈ, ਆਕਾਸ਼ ਵਿੱਚ ਹੈ, ਜਿਹੜਾ ਕੋਈ ਜੀਵ, ਤਾਂਬੇ ਦੀ ਧਰਤੀ ਤੇ ਉਹ ਜਿਹੜੇ ਸੱਪ ਰਹਿੰਦੇ ਨੇ ਵੱਡੇ ਵੱਡੇ, ਜਿੱਥੇ ਸੱਪਾਂ ਨੂੰ ਉਹ ਤੁਰਨ ਵਾਲੇ ਵੱਡੇ ਵੱਡੇ ਸੱਪ ਜਿਹੜੇ ਨੇ, ਉਹਨਾਂ ਨੂੰ ਦੇਖ ਪ੍ਰਮਾਤਮਾ ਦਿੰਦਾ ਹੀ, ਜੜ ਚੀਜ਼ਾਂ ਨੂੰ ਵੀ ਦਿੰਦਾ ਹੀ ਆ, ਦਰਖਤਾਂ ਨੂੰ ਥੱਲੇ ਧਰਤੀ 'ਚ ਪਾਣੀ ਮਿਲਦਾ ਹੀ ਆ। ਇਸ ਕਰਕੇ ਜੇ ਰੱਬ ਸਾਰਿਆਂ ਥਾਵਾਂ ਤੇ ਸਭ ਨੂੰ ਦਿੰਦਾ ਤੇ ਤੂੰ ਕਿਉਂ ਘਬਰਾਉਂਦਾ ਹੈ? ਪਰੋਸਾ ਪਾਲਣਾ ਕਰਤ ਵਿਸਾਲਾ, ਕੋਈ ਨਾ ਬਿਨਾ ਆਹਾਰਾ। ਦੇ ਗੁਪਤ ਰੂਪ ਦੇ ਵਿੱਚ ਪ੍ਰਮਾਤਮਾ ਸਭ ਦੀ ਪਾਲਣਾ ਕਰਦਾ ਹੈ। ਇਸ ਕਰਕੇ ਤੈਨੂੰ ਵੀ ਚਾਹੀਦਾ, ਤੂੰ ਵੀ ਨਾ ਭਰਮ। ਪ੍ਰਮਾਤਮਾ ਸਾਰਿਆਂ ਦੇ ਪਰਿਵਾਰਾਂ ਦੀ ਵੀ ਪਾਲਣਾ ਕਰਦਾ ਹੈ, ਸਭ ਬੰਦਿਆਂ ਦੀ ਪਾਲਣਾ ਕਰਦਾ ਹੈ। ਅਸ ਉਧਾਰ ਕੋ ਤਜ ਕਰ ਭਰਮਤ ਤਿਸਨਾ ਦੁਖ ਪਰਵਾਰਾ। ਸੋ ਇਸ ਕਰਕੇ ਤੂੰ ਜਿਹੜਾ ਹੈ ਨਾ, ਇਹੋ ਜਿਹੇ ਖੁੱਲੇ ਦਿਲ ਵਾਲੇ ਪ੍ਰਮਾਤਮਾ ਨੂੰ ਛੱਡ ਕੇ, ਤੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ, ਸੋ ਪ੍ਰਮਾਤਮਾ ਨੂੰ ਛੱਡ ਕੇ ਐਵੇਂ ਭਰਮਦਾ ਫਿਰਦਾ ਮਨ ਦੇ ਅੰਦਰ, ਕਿ ਜੋ ਭਟਕਦਾ ਫਿਰਦਾ, ਕਿ ਉਹ ਵਿਹੜਿਆ ਹੈ ਤ੍ਰਿਸ਼ਨਾ ਦੇ ਦੁੱਖ ਨੇ ਜਿਸ ਨੂੰ। ਇਸ ਢੰਗ ਨਾਲ ਤੂੰ ਤ੍ਰਿਸ਼ਨਾ ਦੇ ਦੁੱਖ ਵਿੱਚ ਘਿਰਿਆ ਪਿਆ ਹੈ। ਪਰਿਵਾਰਾਂ ਤੋਂ ਭਾਵ ਘਿਰਨਾ। ਸੁਦਾਸਨੇ ਜਨ ਬੈਨ ਸਰੋਨ, ਸੁਨਮਨ ਮਹਿ ਆਪ ਸੰਤੋਖਾ। ਅੰਮ੍ਰਿਤ ਵਰਗੇ ਬਚਨ ਜਦੋਂ ਗੁਰੂ ਨਾਨਕ ਦੇਵ ਜੀ ਨੇ ਸੁਣਾਏ ਤਾਂ ਭਾਈ ਮਰਦਾਨੇ ਦੇ ਮਨ ਦੇ ਅੰਦਰ ਵੀ ਗੁਰਾਂ ਨੇ ਸੰਤੋਖ ਬਖਸ਼ਿਸ਼ ਕਰ ਦਿੱਤਾ। ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ ਦੇ ਗਿਆਨ ਬਰ ਭੁਖਾ। ਚੰਗੀ ਤਰ੍ਹਾਂ ਤ੍ਰਿਪਤ ਕਰ ਦਿੱਤਾ ਬਚਨਾਂ ਨਾਲ ਹੀ ਸੱਚੇ ਪਾਤਸ਼ਾਹ। ਨਾਲੇ ਤਾਂ ਉਪਦੇਸ਼ ਦੇ ਦਿੱਤਾ, ਨਾਲੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਭਾਈ ਮਰਦਾਨੇ ਨੂੰ ਜਨਮਾਂ ਜਨਮਾਂ ਦੀ ਤ੍ਰਿਸ਼ਨਾ ਮੇਟਤੀ, ਦੁੱਖ ਮੇਟ ਤੇ ਗਿਆਨ ਦੇ ਦਿੱਤਾ। ਭਾਈ ਬਦਨ ਬਦਤ ਮਰਦਾਨਾ ਚਲਿਐ, ਤੁਮ ਕੋ ਸੁਸਾਹਕਾਰ। ਅੱਛਾ ਮਹਾਰਾਜ, ਮੈਂ ਹੁਣ ਕੁਛ ਨਹੀਂ ਮੰਗਦਾ, ਕਿਸੇ ਤੋਂ ਨਹੀਂ ਮੰਗਦਾ। ਮੁੱਖੋਂ ਇਉਂ ਕਹਿੰਦਾ, ਚਲੋ ਬੇਬੇ ਨਾਨਕੀ ਨੇ ਯਾਦ ਕੀਤਾ ਹੈ। ਸੰਗ ਚਲਿਓ ਮੈਂ ਦਿਓ ਰਜਤ ਪਨ ਅਬ ਭਾਰਦੈ ਵਿਚਾਰਾ। ਚਲੋ ਹੁਣ ਮੈਂ ਨਾਲ ਚੱਲਦਾ ਹਾਂ, ਔਰ ਪੈਸੇ ਵੀ ਨਾਲੇ ਮੋੜ ਦਿਆਂਗੇ, ਔਰ ਮਨ ਦੇ ਅੰਦਰ ਇਉਂ ਵਿਚਾਰ ਕਰਦਾ, ਚਲੋ ਮਹਾਰਾਜ ਮੈਂ ਤੁਹਾਡੇ ਨਾਲ ਚੱਲਦਾ ਹਾਂ। ਗੁਰਾਂ ਨੇ ਕਿਰਪਾ ਕਰਕੇ ਮਨ ਦੇ ਅੰਦਰ ਦੀ ਤ੍ਰਿਸ਼ਨਾ ਉਪਦੇਸ਼ ਦੇ ਕੇ ਮੇਟ ਦਿੱਤੀ, ਸੰਤੋਖ ਬਖਸ਼ਿਸ਼ ਕਰ ਦਿੱਤਾ। ਉਹਨੂੰ ਤਾਂ ਕਾਹਦਾ ਉਪਦੇਸ਼ ਦੇਣਾ, ਇਹ ਤਾਂ ਦੁਨੀਆ ਨੂੰ ਉਪਦੇਸ਼ ਦਿੱਤਾ। ਜਿਹੜੀ ਦੁਨੀਆ ਥਾਂ ਥਾਂ ਭਟਕਦੀ ਫਿਰਦੀ, ਮੰਗਦੀ ਫਿਰਦੀ, ਤ੍ਰਿਸ਼ਨਾ ਵਿੱਚ ਫਸੀ ਹੋਈ ਹੈ, ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਰੱਬ ਸਾਰਿਆਂ ਨੂੰ ਦਿੰਦਾ। ਇਸ ਕਰਕੇ ਯਕੀਨ ਕਰੋ, ਰੱਬ ਦਾ ਨਾਮ ਜਪੋ, ਸਤਿਗੁਰੂ ਸਾਰਿਆਂ ਨੂੰ ਦੇਵਨਹਾਰੇ ਤਿੰਨਾਂ ਲੋਕਾਂ ਦੇ ਵਿੱਚ। ਵਾਹਿਗੁਰੂ 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 ਵਾਹਿਗੁਰੂ